वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤਜਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦਾ ਅਖੀਰਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਤਬੀਰ ਸਿੰਘ, ਪੰਨਾ ਨੰਬਰ 199। ਭਾਗ 13। ਸਮੁੱਚੀ ਗੁਰਬਾਣੀ ਉੱਤੇ ਇੱਕ ਝਾਤ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੁੱਲ 59 ਸ਼ਬਦ ਅਤੇ ਦੋਹਰਾ ਸਮੇਤ 57 ਸ਼ਲੋਕ ਹਨ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 30 ਰਾਗ ਵਰਤੇ ਸਨ। ਗੁਰੂ ਨਾਨਕ ਸਾਹਿਬ ਨੇ 19 ਰਾਗ ਵਰਤੇ ਹਨ। ਗੁਰੂ ਅਮਰਦਾਸ ਜੀ ਨੇ ਉਹਨਾਂ ਵਿੱਚੋਂ ਹੀ 17 ਵਰਤੇ। ਕੇਵਲ ਤਲੰਗ ਅਤੇ ਤੁਖਾਰੀ ਨਹੀਂ ਸਨ ਗਾਏ। ਗੁਰੂ ਰਾਮਦਾਸ ਜੀ ਨੇ 30 ਦੇ 30 ਰਾਗ ਵਰਤੇ ਸਨ। ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਉਹਨਾਂ 30 ਰਾਗਾਂ ਵਿੱਚੋਂ 14 ਵਿੱਚ ਸ਼ਬਦ ਗਾਏ ਅਤੇ ਉਚਾਰੇ, ਉੱਥੇ ਇੱਕ ਉਚੇਚਾ ਰਾਗ ਜੈਜਾਵੰਤੀ 9ਵੇਂ ਪਾਤਸ਼ਾਹ ਨੇ ਗਾਇਆ। ਗੁਰੂ ਜੀ ਦੇ ਵਰਤੇ ਰਾਗਾਂ ਵੱਲ ਧਿਆਨ ਮਾਰਿਆ ਹੀ ਇੱਕ ਗੱਲ ਉਗੜ ਕੇ ਸਾਹਮਣੇ ਆਵੇਗੀ ਕਿ ਸਭ ਨਾਲੋਂ ਵੱਧ ਉਹਨਾਂ 21 ਸ਼ਬਦ ਗੌੜੀ ਅਤੇ ਸੋਠ ਵਿੱਚ ਗਾਏ ਹਨ। ਗੌੜੀ ਗੰਭੀਰ ਕਰਕੇ ਪ੍ਰਸਿੱਧ ਹੈ ਅਤੇ ਸੋਰਠ ਦੇ ਗਾਉਣ ਦਾ ਸਮਾਂ ਅੱਧੀ ਰਾਤ ਹੈ। ਇਹ ਇਸ ਗੱਲ ਦਾ ਲਖਾਇਕ ਹੈ ਕਿ ਉਸ ਸਮੇਂ ਗੰਭੀਰ ਹੋ ਕੁਝ ਉਪਾਅ ਕਰਨ ਦੀ ਲੋੜ ਸੀ ਤਾਂ ਕਿ ਸੰਕਟ ਦੀ ਰਾਤ ਟਾਲੀ ਜਾ ਸਕੇ। ਰਾਹ ਵੀ ਉਹਨਾਂ ਆਪ ਹੀ ਦੱਸਿਆ। ਰਾਹ ਇੱਕ ਹੀ ਸੀ ਕਿ ਸਾਧੂ ਇਕੱਠੇ ਹੋਣ ਅਤੇ ਮਨ ਦ੍ਰਿੜ ਹੋਵੇ। ਤਕਰੀਬਨ ਸਾਰੇ ਹੀ ਸ਼ਬਦ ਸ਼ਲੋਕ ਜਾਂ ਮਨ ਨੂੰ ਸੰਬੋਧਨ ਕਰਕੇ ਉਚਾਰੇ ਹਨ ਜਾਂ ਸਾਧ ਨੂੰ ਤਕੜਿਆਂ ਹੋ ਜੂਝਣ ਲਈ ਕਿਹਾ ਹੈ ਅਤੇ ਸੂਝਵਾਨਾਂ ਨੂੰ ਭੈ ਰਹਿਤ ਵਿਚਾਰਾਂ ਪੇਸ਼ ਕਰਨ ਲਈ। ਗੌੜੀ ਵਿੱਚ ਵਾਰ-ਵਾਰ ਇਹ ਹੀ ਚੇਤਾਵਨੀ ਦਿੱਤੀ ਹੈ, ਜੋ ਤਨ ਤੈ ਆਪਣੇ ਕਰ ਮਾਨਿਓ ਹੈ। ਇਨ ਮੈਂ ਕੁਛ ਤੇਰੋ ਰੇ ਨਾਹੀ, ਦੇਖੋ ਸੋਚ ਵਿਚਾਰੀ। ਗੁਲਾਮੀ ਵਿੱਚ ਪੈ ਕੇ ਰਤਨ ਜਨਮ ਆਪਣੋ ਤੈ ਹਾਰਿਓ। ਨਿਰਭੈ ਪਦ ਨਾ ਪਾਉਣ ਕਰਕੇ ਦੁਖੀ ਹੋ ਰਹੇ ਹੋ। ਦੁਰਲੱਭ ਦੇਹ ਹੈ, ਮਾਨਸ ਜਨਮ ਅਮੋਲਕ ਹੈ। ਇਸ ਨੂੰ ਰੋਲ ਦੇਣਾ ਧਰਮ ਨਹੀਂ, ਧਰਮ ਹੈ ਪੁੱਤ ਮੀਤ ਮਾਇਆ ਮਮਤਾ ਤੋਂ ਉਤਾਂ ਉੱਠ ਕੇ ਸੇਵਾ ਵਿੱਚ ਲੱਗ ਜਾਣਾ। ਮਨ ਨੂੰ ਦੁਵਿਧਾ ਗ੍ਰਸ ਲਵੇ ਤਾਂ ਇਹ ਡਿੰਗਣ ਡੌਲੇ ਵਿੱਚ ਪਿਆ ਰਹਿੰਦਾ ਹੈ। ਆਸਾ ਰਾਗ ਵਿੱਚ ਸਮਝਾਇਆ ਹੈ ਕਿ ਇਹ ਦੁਵਿਧਾ ਆਉਂਦੀ ਹੈ ਕੁਬੱਧ ਕਰਕੇ। ਹਰ ਜਸ ਗਾਉਂਦਿਆਂ ਹੀ ਕੁਮੱਤ ਬਿਨਸ ਜਾਂਦੀ ਹੈ ਅਤੇ ਮਨੁੱਖ ਚਰਨ ਸ਼ਰਨ ਵਿੱਚ ਚਲਾ ਜਾਂਦਾ ਹੈ। ਦੇਵ ਗੰਧਾਰੀ ਚਰਨ ਸ਼ਰਨ ਦਾ ਰਾਗ ਹੈ। ਮਦ ਮਾਇਆ ਪ੍ਰਪੰਚ ਵਿੱਚ ਫਸ ਦੁਰਮਤ ਦੇ ਸਿੱਖੇ ਸਿਖਾਏ ਕਾਜ ਵਿਗਾੜ ਲੈਂਦਾ ਹੈ। ਭਾਈ ਸੁੱਤ ਬੰਦਪ ਬਣੀਤਾ ਹੀ ਇਸ ਨੂੰ ਘੇਰੀ ਰੱਖਦੇ ਹਨ। ਸਮਝਾ ਥੱਕ ਜਾਈਦਾ ਹੈ ਪਰ ਸੁਣਦਾ ਹੀ ਨਹੀਂ। ਜਦ ਤੱਕ ਰਾਮ ਨਾਮ ਨਹੀਂ ਭਜੇਗਾ, ਪ੍ਰਭੂ ਦੇ ਗੀਤ ਨਹੀਂ ਗਾਵੇਗਾ, ਗੁਰੂ ਦੇ ਚਰਨਾਂ ਦਾ ਓਟ ਆਸਰਾ ਨਹੀਂ ਲਵੇਗਾ, ਬਿਰਹੋਂ ਉਪਜ ਨਹੀਂ ਸਕੇਗੀ ਅਤੇ ਬਗੈਰ ਬਿਰਹੋਂ ਦੇ ਆਪਣਾ ਮਾਲਕ ਸੁਲਤਾਨ ਨਹੀਂ ਬਣਿਆ ਜਾ ਸਕਦਾ। ਬਿਹਾਗੜਾ ਦੇ ਇੱਕੋ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਿਰਹੋਂ ਉਪਜਾਉਣ ਦਾ ਰਾਹ ਕੇਵਲ ਸਗਲ ਭਰਮ ਤਜ ਚਰਨ ਤਾਹੇ ਚਿਤ ਲਾਇਓ ਦਰਸਾਇਆ ਹੈ। ਬਿਰਹੋਂ ਬਾਅਦ ਕੁਦਰਤੀ ਹੀ ਹਨੇਰਾ ਹੈ। ਸੋਰਠ ਰਾਹੀਂ ਕਹਿੰਦੇ ਹਨ ਕਿ ਇਸ ਅਵਸਥਾ ਵਿੱਚ ਆਤਮਾ ਦਾ ਸੂਰਜ ਬੱਦਲਾਂ ਹੇਠ ਛੁਪਿਆ ਰਹਿੰਦਾ ਹੈ। ਕਈ ਇਸ ਨੂੰ ਰੂਹ ਦੀ ਕਾਲੀ ਰਾਤ ਜਾਂ ਅੰਧਕਾਰ ਯੁੱਗ ਵੀ ਕਹਿੰਦੇ ਹਨ, ਪਰ ਗੁਰਮਤ ਵਿੱਚ ਇਸ ਨੂੰ ਸੁਲਤਾਨ ਕਹਿ ਕੇ ਉਚਾਇਆ ਹੈ। ਜਿਸ ਵਿਅਕਤੀ ਦਾ ਸੁੱਤ ਭਾਈ ਜਗਤ ਨਾਲ ਹੀ ਪਿਆਰ ਹੈ, ਉਸ ਵਿੱਚ ਬਿਰਹਾ ਉਪਜ ਹੀ ਨਹੀਂ ਸਕਦੀ। ਬਿਰਹਾ ਨਾਮ ਦੇ ਅਭਿਆਸ ਦੇ ਹਿਰਦੇ ਵਿੱਚ ਉਤਪੰਨ ਹੁੰਦੀ ਹੈ। ਸੋਰਠ ਦੀ ਉੱਚੀ ਧੁਨੀ ਹੈ, ਰਾਮ ਸਿਉ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਣਿਓ। ਅਰ ਗਾਓ ਰਸਨਾ ਗੀਤ ਅਵਸਰ ਨੂੰ ਹੱਥੋਂ ਨਾ ਜਾਣ ਦੇਣਾ। ਐਸਾ ਨਾ ਹੋਵੇ ਕਿ ਮਨ ਕੀ ਮਨ ਮੇ ਮਹਿ ਰਹਿ ਜਾਵੇ। ਜੀਵਨ ਮਿਲਨ ਕੀ ਬਰੀਆ ਹੈ, ਮਾਨਸ ਦੇਹ ਪਾਏ ਕਹਿ ਹਰ ਭਜ। ਇਹ ਹੀ ਗੁਰੂ ਨੇ ਬਾਤ ਬਤਾਈ ਹੈ। ਕਹਿੰਦੇ ਹਨ ਕਿ ਜਿੰਨੀ ਹੀ ਕਾਲੀ ਰਾਤ ਹੋਵੇਗੀ ਉਤਨੇ ਹੀ ਤਾਰੇ ਚਮਕਦੇ ਦਿਖਾਈ ਦੇਣਗੇ। ਜਿਤਨੀ ਬਿਰਹੋਂ ਉਤਨਾ ਹੀ ਛੇਤੀ ਝਲਕਾਰਾ ਪਵੇਗਾ। ਧਨਾਸਰੀ ਇਸ ਗੱਲ ਦੀ ਲਖਾਇਕ ਹੈ ਕਿ ਧਨਾਸਰੀ ਦੇ ਸ਼ਬਦਾਂ ਵਿੱਚ ਆਪਾ ਸ਼ੀਸ਼ੇ ਨੂੰ ਸਾਫ਼ ਕਰਕੇ ਦੇਖਣ ਦੀ ਜਾਂਚ ਹੈ। ਜੋ ਧੁੰਦਲਾਪਨ ਸੋਰਠ ਵਿੱਚ ਸੀ ਉਹ ਧਨਾਸਰੀ ਵਿੱਚ ਮਿਟਦਾ ਦਿਖਾਈ ਦਿੰਦਾ ਹੈ। ਜੋ ਪਰਦੇ ਪਿੱਛੇ ਗੁਪਤ ਜਾਂ ਲੁਕਿਆ ਪਹੁੰ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ ਸੀ, ਉਹ ਪ੍ਰਗਟ ਹੁੰਦਾ ਦਿਖਾਈ ਦਿੰਦਾ ਹੈ। ਹਨੇਰੇ ਵਿੱਚ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਸ ਵੱਲ ਮੂੰਹ ਕਰਕੇ ਟੁਰੇ। ਹੁਣ ਗੁਰਮਤ ਹੋਏ ਉਸ ਨੂੰ ਪਛਾਣ ਲੈਂਦਾ ਹੈ, ਬਿਦ ਮਿਲ ਜਾਂਦੀ ਹੈ ਅਤੇ ਜੋ ਚੰਚਲ ਮਨ ਦੇਹ ਦਿਸ ਕਿਉਂ ਧਾਵਤ ਸੀ ਹੁਣ ਅਚਲ ਹੋ ਜਾਂਦਾ ਹੈ। ਜੈਤਸਰੀ ਗਿਆਨ ਦਾ ਪ੍ਰਤੀਕ ਹੈ ਅਤੇ ਹੁਣ ਉਸ ਗਿਆਨ ਦੀ ਸੋਝੀ ਹੋ ਜਾਂਦੀ ਹੈ ਜਿਸ ਦੀ ਸਮਝ ਨਹੀਂ ਪੈਂਦੀ ਸੀ। ਉਸ ਕਰਮ ਦਾ ਪਤਾ ਲੱਗ ਜਾਂਦਾ ਹੈ ਜਿਸ ਦੇ ਕੀਤਿਆਂ ਅਬੇ ਦਾਨ ਮਿਲਣਾ ਹੈ।
ਉਹ ਕਰਮ ਹੈ ਆਪਣੀ ਮੱਤ ਛੱਡ ਕੇ, ਹਿਉਮੈ ਤਿਆਗ ਕੇ, ਪ੍ਰਪੰਚ ਵਿਸਾਰ ਕੇ ਸ਼ਰਨਾਗਤ ਹੋ ਜਾਣਾ। ਨਾਨਕ ਹਾਰ ਪਰਿਓ ਸ਼ਰਨਾਗਤ, ਅਬੇ ਦਾਨ ਪ੍ਰਭ ਦੀਜੇ। ਟੋਡੀ ਰਾਜ ਦਰਬਾਰਾਂ ਵਿੱਚ ਗਾਈ ਜਾਂਦੀ ਸੀ ਅਤੇ ਗਾਇਕ ਟੋਡੀ ਗਾ ਕੇ ਮਨ ਭਾਉਂਦੇ ਪਦਾਰਥ ਪ੍ਰਾਪਤ ਕਰਦਾ ਸੀ। ਗੁਰੂ ਤੇਗ ਬਹਾਦਰ ਜੀ ਨੇ ਸ਼ਰਨਾਗਤ ਗਿਆਂ ਲਈ ਟੋਡੀ ਗਾ ਕੇ ਦੱਸੀ ਤਾਂ ਕਿ ਕਾਮਣੀ ਕੇ ਰਸ ਜਗ ਝੂਠੇ ਦੀਆਂ ਵਸਤੂਆਂ ਨਾ ਮੰਗਦਾ ਫਿਰੇ, ਸਿਰਫ ਕਿਰਤ ਪ੍ਰਭ ਕੇ ਗਾਉਣ ਦਾ ਵਰ ਮੰਗੇ। ਤਿਲੰਗ ਬਾਰੇ ਬੁੱਧ ਪ੍ਰਕਾਸ਼ ਦਰਪਣ ਨੇ ਲਿਖਿਆ ਹੈ ਕਿ ਸਾਣ ਪੈ ਕਿਰਪਾਨ ਕੇ ਘਸੇ ਤੇ ਲੀਨੀ ਹੈ। ਤਿਲੰਗ ਸੌਰ ਭਾਵ ਇਹ ਹੈ ਕਿ ਅਵੇਸਲੇ ਨਹੀਂ ਰਹਿਣਾ, ਗਾਫਲ ਨਹੀਂ ਹੋਣਾ, ਖੁੰਡਾ ਨਹੀਂ ਹੋਣ ਦੇਣਾ। ਆਮ ਤੌਰ ਤੇ ਜਗਿਆਸੂਆਂ ਕੁਝ ਪਾ ਗਾਫਲ ਹੋ ਜਾਂਦਾ ਹੈ। ਤਿਲੰਗ ਸੁਚੇਤੀ ਦਾ ਰਾਗ ਹੈ, ਜਾਗ੍ਰਿਤੀ ਦਾ ਪ੍ਰਤੀਕ ਹੈ। ਗੁਰੂ ਤੇਗ ਬਹਾਦਰ ਜੀ ਨੇ ਚੋਟ ਮਾਰ ਜਾਗ ਲੇਹ ਰੇ ਮਨਾ, ਜਾਗ ਲੇਹ ਕਹਾ ਗਾਫਿਲ ਸੋਇਆ। ਤਲੰਗ ਵਿੱਚ ਨਾਨਕ ਕਹਿਤ ਪੁਕਾਰ ਕੈ ਕਿ ਤੂੰ ਜਾਣ ਬੁੱਝ ਕੇ ਕੰਮ ਵਿਗਾੜ ਰਿਹਾ ਹੈ। ਸਦਾ ਸਦਾ ਜਾਗਤ ਰਹਿਣ ਤੇ ਉਸ ਨੂੰ ਕੋਈ ਫਸਾ ਨਹੀਂ ਸਕਦਾ। ਬਿਲਾਵਲ ਦਾ ਰੂਪ ਚਿੱਟੇ ਦੁੱਧ ਕੱਪੜਿਆਂ ਤੇ ਕੇਸਰ ਛਿੜਕਿਆ ਹੈ। ਇਹ ਖੁਸ਼ੀ ਦਾ ਰਾਗ ਹੈ, ਮਿਲਾਪ ਲਈ ਤਿਆਰੀ ਦਾ ਚਿੰਨ੍ਹ ਹੈ। ਬਿਲਾਵਲ ਵਿੱਚ ਗੁਰੂ ਤੇਗ ਬਹਾਦਰ ਜੀ ਅਜਾਮਲ ਗੱਜ ਧਰੂ ਦੀਆਂ ਉਦਾਹਰਨਾਂ ਦੇ ਕੇ ਉਤਸ਼ਾਹ ਵਧਾਉਂਦੇ ਹਨ, ਜੀਵਨ ਮੁਕਤ ਦਾ ਰਾਹ ਸਾਹਮਣੇ ਪ੍ਰਗਟਾਉਂਦੇ ਹਨ। ਰਾਮਕਲੀ ਮਿਲਾਪ ਦਾ ਰਾਗ ਹੈ, ਜੋਗੀਆਂ ਦਾ ਪਿਆਰਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਜਾਗਤ ਕੋ ਜੋਗੀ ਸੁਰ ਬੰਸ਼ਤ, ਸੋ ਗਤ ਛਿਨ ਮਾਹੇ ਪਾਈ। ਦੌੜ ਭੱਜ ਮੁਕਤੀ ਜਾਪਦੀ ਹੈ। ਅਬੇਦਾਨ ਜਿਸ ਦੀ ਜਾਚਨਾ ਜਗਿਆਸੂ ਕਰਦਾ ਰਿਹਾ ਹੈ ਉਸ ਨੂੰ ਮਿਲ ਜਾਂਦਾ ਹੈ। ਕੋਈ ਮਿਹਨਤ ਘਾਲ ਜਾਂ ਕਮਾਈ ਨਾਲ ਨਹੀਂ, ਕੇਵਲ ਉਸ ਦੇ ਗੀਤ ਗਾਉਣ, ਸ਼ਰਨ ਜਾਣ ਅਤੇ ਹੋਰ ਦਰਾਂ ਦਾ ਸਹਾਰਾ ਛੱਡਣ ਨਾਲ ਮਿਲਿਆ। ਨਾਨਕ ਬਿਰਦ ਰਾਮ ਕੋ ਦੇਖੋ, ਅਬੇਦਾਨ ਤਹਿਦੀਨਾ। ਅਬੇਦਾਨ ਪ੍ਰਾਪਤ ਕਰਕੇ ਚੁੱਪੂ ਨਹੀਂ ਬਹਿਣਾ, ਜੂਝਣਾ ਹੈ, ਸੰਘਰਸ਼ ਕਰਨਾ ਹੈ, ਸੰਗੀ ਸਾਥੀ ਨੂੰ ਬਚਾਉਣਾ ਹੈ, ਬਾਹਾਂ ਪਕੜਨੀ ਹੈ, ਸਰੀਰ ਤੱਕ ਦੇਣਾ ਪਵੇ ਤਾਂ ਦੇ ਦੇਣਾ ਹੈ। ਫਿਰ ਮਾਰੂ ਰਾਗ ਵਿੱਚ ਅਬੇਦਾਨ ਪਾਈ ਪੁਰਸ਼ ਨੂੰ ਜੂਝਣ ਦੀ ਪ੍ਰੇਰਨਾ ਦਿੱਤੀ ਹੈ। ਮਾਰੂ ਬਾਰੇ ਬੁੱਧ ਪ੍ਰਕਾਸ਼ ਦਰਪਣ ਵਿੱਚ ਬਹੁਤ ਖੂਬਸੂਰਤ ਕਿਹਾ ਹੈ ਕਿ ਸੁਣ ਕੇ ਸੁਧ ਨਾ ਰਹੇ, ਕਾਇਰ ਕੀ ਜਬ ਬਾਜੇ ਧੁਨ ਮਾਰੂ। ਅਤੇ ਇਸ ਦਾ ਰੂਪ ਹੈ ਬਦਨ ਪ੍ਰਸੰਨ ਹਾਥ ਮੇ ਨੇਜਾ। ਮਾਰੂ ਦੇ ਦੋ ਸ਼ਬਦਾਂ ਵਿੱਚ ਹਿੰਦ ਕੀ ਚਾਦਰ, ਗਣਿਕਾ, ਪੰਚਾਲੀ ਦਾ ਜ਼ਿਕਰ ਕਰਕੇ ਢੱਠਿਆਂ ਮਨਾਂ ਵਿੱਚ ਵੀ ਉਤਸ਼ਾਹ ਭਰਦੇ ਹੋਏ ਕਹਿੰਦੇ ਹਨ ਕਿ ਤੈਨੂੰ ਨਿੰਮੋ ਝੂਣਾ ਨਹੀਂ ਹੋਣਾ ਚਾਹੀਦਾ। ਦੇਖ ਤਾਕੋ ਦੁੱਖ ਹਰਿਓ ਕਰੁਣਾਮੇ, ਆਪਣੀ ਪੈਂਜ ਬਚਾਈ। ਭਰੋਸਾ ਬੱਝ ਗਿਆ, ਜਨਮ ਸਫਲਾ ਹੋ ਗਿਆ, ਬਸੰਤ ਆ ਗਈ, ਪਰ ਬਸੰਤ ਵਾਲਾ ਨਿਰਾ ਠਰਮਾ ਹੀ ਨਹੀਂ ਰੱਖਣਾ। ਹਿਡੋਲ ਰਲਾ ਕੇ ਚਾਲ ਤਿੱਖੀ ਰੱਖਣੀ ਹੈ। ਮਨ ਧਾਵਣ ਤੇ ਛੁੱਟਿਆ ਹੈ ਅਤੇ ਨਾਮ ਧਨ ਮਿਲ ਗਿਆ ਹੈ। ਨਿਰਾਲਾ ਗਿਆਨ ਪ੍ਰਾਪਤ ਹੋ ਗਿਆ ਹੈ। ਹੁਣ ਲੋਭ ਮੋਹ ਨੇੜੇ ਵੀ ਨਹੀਂ ਆ ਸਕਦੇ। ਇਹ ਹੈ ਨਿਰਾਲੀ ਬਸੰਤ ਝੜੀ। ਜਿਸ ਬੂੰਦ ਲਈ ਸਰੰਗ ਤੜਪ ਰਿਹਾ ਸੀ ਉਹ ਮਿਲ ਗਈ। ਹਿਰਦੇ ਦੀ ਸਿੱਪੀ ਵਿੱਚ ਉਹ ਮੋਤੀ ਦਿਸਣ ਲੱਗ ਪੈਂਦਾ ਹੈ ਅਤੇ ਜੈਜਾਵੰਤੀ ਰਾਹੀਂ ਸਿਮਰਨ ਦੀ ਬਰਕਤ ਸਦਕਾ ਜਿੱਤ ਦੀ ਮਾਲਾ ਜੀਵ ਗਲੇ ਆ ਪੈਂਦੀ ਹੈ। ਹੁਣ ਇਹ ਦੇਖਣਾ ਜ਼ਰੂਰੀ ਹੈ ਕਿ ਜੈਜਾਵੰਤੀ ਗੁਰੂ ਤੇਗ ਬਹਾਦਰ ਜੀ ਨੇ ਉਚੇਚਾ ਕਿਉਂ ਵਰਤਿਆ ਹੈ। ਜੈਜਾਵੰਤੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਰਾਜਸਥਾਨੀ ਰਾਗ ਹੈ, ਯੋਧਿਆਂ ਨੂੰ ਉਤਸ਼ਾਹਿਤ ਕਰਨ ਲਈ ਗਾਇਆ ਜਾਂਦਾ ਹੈ। ਰਾਜਸਥਾਨ ਵਿੱਚ ਇਹ ਰਵਾਇਤ ਹੈ ਕਿ ਜਦ ਕੋਈ ਸੂਰਮਾ ਜੰਗ ਵਿੱਚ ਜੂਝਣ ਜਾਂਦਾ ਹੈ ਤਾਂ ਉਸ ਨੂੰ ਵਿਦਾ ਕਰਨ ਲਈ ਸਾਰਾ ਪਿੰਡ ਬਾਹਰ ਛੱਡਣ ਆਉਂਦਾ। ਉਸ ਯੋਧੇ ਨੂੰ ਇਹ ਚੇਤਾਵਨੀ ਵਜੋਂ ਕਿਹਾ ਜਾਂਦਾ ਸੀ ਕਿ ਉਹ ਪਿੱਠ ਦਿਖਾ ਕੇ ਵਾਪਸ ਨਾ ਆਏ, ਜਾਂ ਉਸ ਦੀ ਲਾਸ਼ ਪੁੱਜਣੀ ਚਾਹੀਦੀ ਹੈ, ਜਾਂ ਜੇਤੂ ਹੋ ਕੇ ਆਵੇ, ਹਾਰ ਕੇ ਨਾ ਆਵੇ। ਜਦ ਯੋਧਾ ਜਾਨ ਤੇ ਖੇਲ ਕੇ ਜਾਂ ਜਿੱਤ ਕੇ ਵਾਪਸ ਮੁੜਦਾ ਸੀ ਤਾਂ ਸਾਰਾ ਪਿੰਡ ਉਸਦੇ ਸਵਾਗਤ ਲਈ ਅੱਗੇ ਹੋ ਜਾਂਦਾ ਸੀ। ਉਸ ਸਮੇਂ ਭੱਟ ਉੱਚੀ ਸੁਰ ਨਾਲ ਜੈਜਾਵੰਤੀ ਰਾਗ ਵਿੱਚ ਉਸ ਦੀ ਉਪਮਾ ਗਾਉਂਦੇ ਸਨ ਕਿ ਉਹ ਪਿੱਠ ਦਿਖਾ ਕੇ ਨਹੀਂ ਆਇਆ। ਫਿਰ ਜੈ ਜੈ ਦੀ ਮਾਲਾ ਵੀ ਉਸ ਦੇ ਗਲੇ ਪਾਈ ਜਾਂਦੀ ਸੀ। ਗੁਰੂ ਤੇਗ ਬਹਾਦਰ ਜੀ ਨੇ ਡਿੱਠਾ ਕਿ ਜਗਤ ਵਿੱਚ ਲਿਵ ਤੇ ਧਾਤ ਦੀ ਲੜਾਈ ਹੋ ਰਹੀ ਹੈ। ਇੱਕ ਪਾਸੇ ਲਿਵ ਦੀ ਫੌਜ ਹਲੀਮੀ, ਪਕੀਜ਼ਗੀ, ਸੰਜੀਦਗੀ, ਸੰਜਮ, ਸੁਹਜ ਅਤੇ ਸਾਹਸ ਹੈ ਅਤੇ ਦੂਜੇ ਪਾਸੇ ਧਾਤ ਦੀ ਫੌਜ ਦੁਨਿਆਵੀ ਪਦਾਰਥ ਕਾਮਾਦਾਇਕ ਹਨ। ਗੁਰੂ ਦੀ ਦਿੱਤੀ ਰੌਸ਼ਨੀ ਅਤੇ ਬਖਸ਼ਿਸ਼ ਸਦਕਾ ਜੀਵ ਧਾਤ ਪਛਾੜ ਆਉਂਦਾ ਹੈ ਅਤੇ ਹੁਣ ਲੋੜ ਹੈ ਐਸੇ ਜੇਤੂ ਦੇ ਗਲ ਜੈਜਾਵੰਤੀ ਦੀ ਮਾਲਾ ਪਾਉਣ ਦੀ। ਇਹ ਵੀ ਯਾਦ ਰਹੇ ਕਿ ਸ਼੍ਰੀ ਰਾਗ ਸ਼ਾਮ ਦਾ ਰਾਗ ਹੈ। ਜਦ ਗੁਰੂ ਨਾਨਕ ਦੇਵ ਜੀ ਆਏ, ਗੁਣਾਂ ਦੀ ਸ਼ਾਮ ਪੈ ਚੁੱਕੀ ਸੀ। ਅਗੇਰੇ ਰਾਤ ਲਮੇਰੀ ਸੀ, ਰਾਹ ਦਿਖਾਈ ਨਹੀਂ ਸੀ ਦਿੰਦਾ। ਦੁਨੀਆ ਨੂੰ ਕ੍ਰੋਧ ਜਾਂ ਕੋਰਾਪਣ ਦੀਆਂ ਦੋ ਬਿਮਾਰੀਆਂ ਚੰਬੜੀਆਂ ਹੋਈਆਂ ਸਨ। ਧਾਤ ਦਾ ਹੀ ਜ਼ੋਰ ਸੀ। ਮੰਦਰ ਮੋਹਿਨੀ, ਮੋਤੀ ਮਾਣਕ, ਸਿੱਧੀ ਤੇ ਸਿਆਸਤ ਨੇ ਹਰ ਇੱਕ ਤੇ ਗਲਬਾ ਪਾਇਆ ਹੋਇਆ ਸੀ। ਗੁਰੂ ਅਰਜਨ ਦੇਵ ਜੀ ਦਾ ਸੰਕੇਤ ਸੀ
कि जे ਇਹ ਮਨੁੱਖ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸਾਏ ਰਾਹ ਤੇ ਟੁਰ ਪਿਆ ਤਾਂ ਪ੍ਰਭਾਤ ਹੋ ਜਾਏਗੀ। ਆਦਿ ਗ੍ਰੰਥ ਦਾ ਪਹਿਲਾ ਰਾਗ ਸ਼੍ਰੀ ਰਾਗ ਹੈ ਅਤੇ ਆਖਰੀ ਪ੍ਰਭਾਤੀ ਹੈ। ਇਸ ਲਈ ਪ੍ਰਭਾਤੀ ਉਪਰੰਤ ਜਿੱਤ ਦੀ ਖੁਸ਼ੀ ਦਾ ਵਾਜਾ ਜੈਜਾਵੰਤੀ ਨੇ ਵਜਾਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹਰ ਰਾਗ ਸੂਰਜ ਦੀਆਂ ਕਿਰਨਾਂ ਨਾਲ ਟੁਰਦਾ ਹੈ। ਕਿਰਨ ਦੇ ਅਧੀਨ ਹੀ ਪਹਿਰ ਘੜੀਆਂ ਹਨ। ਜੈਜਾਵੰਤੀ ਸੂਰਜ ਨੂੰ ਪ੍ਰਣਾਮ ਕਰਦੇ ਹੋਏ ਚੰਦਰਮਾ ਨੂੰ ਝਾਤ ਕਹਿੰਦਾ ਹੈ। ਦਿਨ ਰੂਪੀ ਜੀਵਨ ਨੂੰ ਮਾਣ ਕੇ ਆਈ ਰਾਤ ਮੌਤ ਨੂੰ ਸਿੱਖ ਜੀ ਆਇਆਂ ਕਹਿੰਦਾ ਹੈ। ਉਹ ਭੱਜਦਾ ਨਹੀਂ। ਗੁਰੂ ਤੇਗ ਬਹਾਦਰ ਜੀ ਜੈਜਾਵੰਤੀ ਦੇ ਅੰਤਿਮ ਸ਼ਬਦ ਵਿੱਚ ਫਰਮਾ ਹੀ ਇਹ ਰਹੇ ਹਨ। ਬੀਤ ਜੈ ਹੈ ਜਨਮ ਆਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨਾਰੇ ਅਜਾਨ, ਕਾਲ ਤਉ ਪਹੁੰਚਿਓ ਆਣ ਕਹਾਂ ਜੈ ਹੈ ਭਾਜਰੇ ਰਹਾਓ। ਸ਼ਲੋਕਾਂ ਬਾਰੇ ਮੇਰਾ ਵਿਚਾਰ ਹੈ ਕਿ ਇਹ ਪੰਦਨਾਮਾ ਹੈ ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਇਸ ਤਰ੍ਹਾਂ ਇੱਕ ਪ੍ਰਕਾਰ ਸਮੁੱਚੇ ਪੰਥ ਦੇ ਨਾਂ ਲਿਖਿਆ। ਸੰਸਾਰੀ ਸ਼ਾਹਾਂ ਵਿੱਚ ਇਹ ਰਿਵਾਜ ਸੀ ਕਿ ਜਦ ਉਹ ਸੰਸਾਰ ਤੋਂ ਜਾਂਦੇ ਸਨ ਤਾਂ ਆਪਣੇ ਬੇਟਿਆਂ ਦੇ ਨਾਂ ਪੰਦਨਾਮਾ ਲਿਖ ਜਾਂਦੇ ਸਨ। ਜਿਵੇਂ ਇਸੇ ਔਰੰਗਜ਼ੇਬ ਨੇ ਆਪਣੇ ਬੇਟਿਆਂ ਦੇ ਨਾਂ ਪੰਦਨਾਮਾ ਲਿਖਿਆ। ਜਾਦੂਨਾਥ ਸਰਕਾਰ ਦਾ ਖਿਆਲ ਹੈ ਕਿ ਔਰੰਗਜ਼ੇਬ ਦਾ ਇਹ ਪੰਦਨਾਮਾ ਉਸ ਦੀ ਮੌਤ ਪਿੱਛੋਂ ਉਸ ਦੀ ਮਰਨ ਸੇਜਾ ਦੇ ਹੇਠੋਂ ਨਿਕਲਿਆ। ਉਸ ਦੀ ਹੱਥ ਲਿਖਤ ਇੰਡੀਆ ਆਫਿਸ ਲਾਇਬ੍ਰੇਰੀ ਲੰਡਨ ਵਿੱਚ ਪਈ ਹੈ। ਉਸ ਪੰਦਨਾਮੇ ਦੇ ਸ਼ਬਦ ਸਨ, ਬੇਸਹਾਰਾ ਆਇਆ ਬੇਸਹਾਰਾ ਜਾ ਰਿਹਾ ਹਾਂ। ਜਾਦੂਨਾਥ ਸਰਕਾਰ ਨੇ ਹੀ ਅਹਿਕਾਮੇ ਆਲਮਗੀਰੀ ਦੇ ਆਧਾਰ ਤੇ ਇੱਕ ਹੋਰ ਪੰਦਨਾਮੇ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਔਰੰਗਜ਼ੇਬ ਨੇ ਲਿਖਿਆ, ਮੇਰੇ ਹੱਥੀਂ ਸੀਤੀਆਂ ਹੋਈਆਂ ਟੋਪੀਆਂ ਦੀ ਆਮਦਨ ਤੋਂ ਬਚੇ ਹੋਏ 4 ਰੁਪਏ 2 ਆਨੇ ਮਲਾਹਦਾਰ ਅੱਲਾ ਬੇਗ ਕੋਲ ਪਏ ਹਨ। ਉਸ ਕੋਲੋਂ ਲੈ ਕੇ ਮੇਰਾ ਕਫਨ ਬਣਾਉਣਾ। ਕੁਰਾਨ ਪਾਕ ਲਿਖ ਕੇ ਕਮਾਏ ਗਏ 305 ਰੁਪਏ ਮੇਰੇ ਬਟੂਏ ਵਿੱਚ ਪਏ ਹਨ। ਉਹ ਗਰੀਬਾਂ ਵਿੱਚ ਵੰਡ ਦੇਣੀ। ਇਸ ਵਿੱਚੋਂ ਕੋਈ ਰਕਮ ਮੇਰੇ ਕਫਨ ਦਫਨ ਤੇ ਖਰਚ ਨਾ ਕਰਨੀ। ਬੁਢਾਪਾ ਆ ਗਿਆ ਹੈ, ਨਿਰਬਲ ਹੋ ਗਿਆ ਹਾਂ, ਹਰ ਅੰਗ ਨਿਸਲ ਹੋ ਗਿਆ ਹੈ। ਅਕੇਲਾ ਹੀ ਆਇਆ ਸਾਂ, ਹੁਣ ਅਕੇਲਾ ਹੀ ਜਾ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ ਅਤੇ ਹੁਣ ਤੱਕ ਕੀ ਕਰਦਾ ਰਿਹਾ ਹਾਂ। ਜੋ ਸਮਾਂ ਮੈਂ ਨਮਾਜ਼ ਅਤੇ ਦੁਆ ਵਿੱਚ ਗੁਜ਼ਾਰਿਆ, ਉਸ ਤੋਂ ਇਲਾਵਾ ਸਭ ਵਿਅਰਥ ਗਿਆ। ਨਾ ਮੈਂ ਸਾਮਰਾਜ ਦਾ ਸੱਚਾ ਸੁੱਚਾ ਪ੍ਰਬੰਧ ਕਰ ਸਕਿਆ, ਨਾ ਪਰਜਾ ਦਾ ਖਾਲਕ ਬਣਿਆ। ਇਹ ਬਹੁਮੁੱਲਾ ਜੀਵਨ ਵਿਅਰਥ ਹੀ ਬੀਤ ਗਿਆ। ਮੇਰਾ ਖੁਦਾ ਹਰ ਸਮੇਂ ਮੇਰੇ ਪਾਸ ਸੀ, ਪਰ ਮੇਰੀਆਂ ਅੰਨੀਆਂ ਅੱਖਾਂ ਉਸ ਦਾ ਜਲਵਾ ਨਾ ਕਰ ਸਕੀਆਂ। ਜਿਸਮ ਨਿਢਾਲ ਹੋ ਗਿਆ ਹੈ ਅਤੇ ਹੁਣ ਖਲੜੀ ਹੀ ਰਹਿ ਗਈ ਹੈ। ਮੈਂ ਆਪਣੇ ਨਾਲ ਕੁਝ ਵੀ ਨਹੀਂ ਲਿਆਇਆ ਸੀ ਅਤੇ ਹੁਣ ਆਪਣੇ ਪਾਪਾਂ ਦਾ ਭਾਰ ਮੈਂ ਆਪਣੇ ਨਾਲ ਲੈ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਦੰਡ ਮਿਲਣ ਵਾਲਾ ਹੈ। ਭਾਵੇਂ ਖੁਦਾ ਦੇ ਫਜ਼ਲ ਤੇ ਰਹਿਮ ਦੀ ਪੂਰੀ ਆਸ ਹੈ, ਫਿਰ ਵੀ ਆਪਣੇ ਕੀਤੇ ਹੋਏ ਕਰਮਾਂ ਦੇ ਕਾਰਨ ਹੀ ਇਹ ਚਿੰਤਾ ਮੈਨੂੰ ਛੱਡ ਨਹੀਂ ਰਹੀ। ਜਦ ਮੈਂ ਹੀ ਆਪਣੇ ਆਪ ਤੋਂ ਜੁਦਾ ਹੋ ਰਿਹਾ ਹਾਂ ਤਾਂ ਦੂਜਾ ਕੌਣ ਮੇਰੇ ਨਾਲ ਰਹੇਗਾ? ਕੈਸਾ ਹੈ ਤੂਫਾਨ ਜਿਸ ਵਿੱਚ ਮੈਂ ਇੱਕ ਅਣਜਾਣ ਆਪਣੀ ਬੇੜੀ ਠੇਲ ਰਿਹਾ ਹਾਂ। ਜਿਵੇਂ ਦਿਸਦਾ ਪਿਆ ਹੈ, ਬੇਗਮ ਦੁੱਖ ਦੇ ਮਾਰੇ ਮੂਕ ਹੋ ਗਈ ਹੈ, ਪਰ ਖੁਦਾ ਸਭ ਦੇ ਹਿਰਦਿਆਂ ਦਾ ਮਾਲਕ ਹੈ। ਅੱਖਾਂ ਬੰਦ ਹੋਣ ਤੇ ਨਿਰਾਸ਼ਾ ਤੋਂ ਸਿਵਾ ਕੁਝ ਵੀ ਹੱਥ ਨਹੀਂ ਲੱਗਦਾ। ਵਿਦਾ ਅਲਵਿਦਾ। ਇਹ ਉਸ ਸ਼ਹਿਨਸ਼ਾਹ ਦਾ ਪੰਦਨਾਮਾ ਹੈ ਜਿਸ ਕਾਬਲ ਕੰਧਾਰ ਤੋਂ ਲੈ ਕੇ ਅਸਾਮ ਤੱਕ ਨਿਵਾ ਦਿੱਤੇ ਰਾਜਪੂਤ ਜਿਸ ਦੇ ਅਧੀਨ ਸਨ। ਬੀਜਾਪੁਰ ਅਤੇ ਗੋਲਕੁੰਡਾ ਨੇ ਈਨ ਮੰਨ ਲਈ ਸੀ। ਸ਼ਿਵਜੀ ਦਾ ਪੁੱਤਰ ਉਸ ਦਾ ਦਰਬਾਰੀ ਸੀ। ਇੱਧਰ ਇਹ ਸਲੋਕ ਰੂਪੀ ਪੰਦਨਾਮਾ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਹੈ, ਜਿਸ ਦਾ ਹਰ ਵਾਕ ਹਰ ਸ਼ਬਦ ਨਿਰਾਸ਼ਾ ਤੋਂ ਉਠਾ ਕੇ ਚੜ੍ਹਦੀ ਕਲਾ ਦਾ ਉਪਦੇਸ਼ ਦਿੰਦਾ ਹੈ। ਉਹਨਾਂ ਸਾਹਮਣੇ ਜਲਾਦ ਦੀ ਤਲਵਾਰ ਲਟਕ ਰਹੀ ਹੈ। ਸਾਥੀ ਪਿਆਰੇ ਸ਼ਹੀਦ ਕੀਤੇ ਜਾ ਚੁੱਕੇ ਹਨ। ਬੇਟੇ ਦੀ ਆਯੂ ਕੇਵਲ 9 ਸਾਲ ਹੈ, ਪਰ ਉਹ ਲਿਖਦੇ ਹਨ, ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਸਮਝਾ ਰਹੇ ਹਨ, ਦੁਖੀ ਉਹ ਹੀ ਹੈ ਜਿਸ ਨੇ ਵਾਹਿਗੁਰੂ ਦਾ ਜਸ ਨਹੀਂ ਗਾਇਆ। ਉਸ ਦਾ ਜਨਮ ਅਕਾਰਥ ਜਾਣੋ ਜਿਸ ਨੇ ਉਸ ਦੀ ਯਾਦ ਭੁਲਾ ਦਿੱਤੀ ਅਤੇ ਵਿਸ਼ਿਆਂ ਵਿੱਚ ਖਚਿਤ ਹੋ ਗਿਆ। ਜੋ ਦੁਨਿਆਵੀ ਖਾਹਿਸ਼ਾਂ ਤੋਂ ਰਤਾ ਵੀ ਉੱਚਾ ਨਹੀਂ ਉੱਠਿਆ, ਉਸੇ ਨੂੰ ਮੌਤ ਦਾ ਡਰ ਸਤਾਉਂਦਾ ਹੈ। ਜਵਾਨੀ ਇਵੇਂ ਗਵਾ ਦਿੱਤੀ, ਬੁਢਾਪਾ ਵੀ ਚਲਾ ਜਾਏਗਾ, ਸੋ ਨਾਮ ਜਪ। ਇਹ ਗੱਲ ਸੱਤ ਕਰ ਜਾਣ ਜਿਨ੍ਹਾਂ ਧਨ ਦਾਰਾ ਅਤੇ ਜਾਇਦਾਦ ਨੂੰ ਆਪਣਾ ਜਾਣਿਆ, ਉਹਨਾਂ ਹੱਥ ਸਿਵਾਏ ਠੋਕਰਾਂ ਦੇ ਕੁਝ ਵੀ ਨਹੀਂ ਆਇਆ। ਜੀਵ ਇਹ ਕਿਉਂ ਭੁੱਲ ਜਾਂਦਾ ਹੈ ਕਿ ਇਹ ਸੁੱਖ ਸੰਪਦਾ ਪ੍ਰਭੂ ਨੇ ਦਿੱਤੀਆਂ ਹਨ। ਸਭ ਸੁੱਖ ਦਾਤਾ ਰਾਮ ਹੈ, ਦੂਸਰਾ ਕੋਈ ਨਹੀਂ। ਉਸ ਦੇ ਸਿਮਰਨ ਨਾਲ ਕਾਮਯਾਬੀ ਮਿਲਦੀ ਹੈ। ਉਸ ਨੂੰ ਛੱਡ ਹੋਰ ਕਿਸੇ ਨੂੰ ਯਾਦ ਕਰਨ ਨਾਲ ਠੇਡੇ। ਅਕਲ ਦਾ ਮਾਣ ਵੀ ਕੂੜਾ ਹੈ।
ਅਸਲ ਸੂਝਵਾਨ ਉਸੇ ਨੂੰ ਹੀ ਆਖਣਾ ਚਾਹੀਦਾ ਹੈ ਜਿਸ ਦੇ ਨੇੜੇ ਲੋਭ ਮੋਹ ਅਭਿਮਾਨ ਨਹੀਂ ਆਉਂਦੇ। ਨਿੰਦਿਆ ਉਸਤਤ ਕੰਚਨ ਲੋਹ ਨੂੰ ਸਮਾਨ ਜਾਣਦਾ ਹੈ ਅਤੇ ਸਭ ਤੋਂ ਉੱਤੇ ਨਾ ਕਿਸੇ ਨੂੰ ਡਰਾਉਂਦਾ ਅਤੇ ਨਾ ਕਿਸ ਤੋਂ ਡਰਦਾ ਹੈ। ਇਹ ਸੂਝ ਉਸ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ, ਪਰ ਜੋ ਦਿਸਦੇ ਜਗਤ ਤੋਂ ਉਪਰਾਮ ਹੋ ਜਾਏ ਉਸ ਦੇ ਭਾਗ ਜਾਗ ਪੈਂਦੇ ਹਨ। ਪਹਿਲੀ ਉਪਰਾਮ ਤਾਂ ਹਿਊਮੇ ਨੂੰ ਛੱਡਣਾ ਹੈ। ਹਿਊਮੇ ਛੱਡਦੇ ਸਾਰ ਆਰਾਮ ਨਾਲ ਜਾਣ ਪਛਾਣ ਹੋਣੀ ਆਰੰਭ ਹੋ ਜਾਂਦੀ ਹੈ। ਉਸ ਦੀ ਪਛਾਣ ਇਹ ਹੈ ਕਿ ਡਰ ਨੱਸ ਜਾਂਦਾ ਹੈ, ਘਬਰਾਹਟ ਚਲੀ ਜਾਂਦੀ ਹੈ, ਜੀਭਾ ਵਾਹਿਗੁਰੂ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੀ ਹੈ, ਕੰਨ ਹਰੀ ਨਾਮ ਸੁਣਨਾ ਲੋੜਦੇ ਹਨ, ਮਮਤਾ ਨੱਸ ਜਾਂਦੀ ਹੈ ਅਤੇ ਉਹ ਮਨੁੱਖ ਜਗ ਨੂੰ ਸੁਪਨੇ ਨਿਆਈ ਜਾਣਦਾ ਹੈ। ਪ੍ਰਾਣੀ ਡੋਲਦਾ ਹੈ ਮਾਇਆ ਕਾਰਨ। ਕੋਟਣ ਵਿੱਚੋਂ ਕੋਈ ਹੀ ਹੈ ਜਿਸ ਦਾ ਚਿੱਤ ਨਾਰਾਇਣ ਨਾਲ ਲੱਗਾ ਹੋਵੇ। ਉਹ ਨਹੀਂ ਡੋਲਦਾ ਜਿਸ ਦਾ ਚਿੱਤ ਨਾਰਾਇਣ ਸੇਤੀ ਭਿੱਜਿਆ ਹੈ। ਜਗ ਰਚਨਾ ਪਾਣੀ ਦੇ ਬੁਲਬੁਲੇ ਵਾਂਗ ਹੈ, ਫਿਰ ਇਸ ਦਾ ਮਾਣ ਕਾਹਦਾ। ਸੁੱਖ ਦਾ ਰਾਹ ਇੱਕੋ ਹੀ ਹੈ ਕਿ ਵਾਹਿਗੁਰੂ ਦੀ ਸ਼ਰਨ ਰਿਹਾ ਜਾਏ। ਮਨੁੱਖਾ ਦੇਹੀ ਨੂੰ ਹੋਰਨਾਂ ਦਰਾਂ ਤੇ ਭਟਕਣਾ ਨਹੀਂ ਚਾਹੀਦਾ। ਮਨਮੁਖ ਹੀ ਬੰਦੇ ਦਾ ਬੰਦਾ ਬਣਦਾ ਹੈ। ਮਨੁੱਖ ਦੀ ਗੁਲਾਮੀ ਮਾਇਆ ਕਾਰਨ ਹੀ ਕਰਦਾ ਹੈ। ਵਾਹਿਗੁਰੂ ਕੋਈ ਦੂਰ ਨਹੀਂ। ਉਸ ਸੱਜਣ ਨੂੰ ਰਾਮ ਦਾ ਹੀ ਰੂਪ ਜਾਣੋ ਜਿਸ ਨੂੰ ਉਸ ਦੀ ਯਾਦ ਰਹਿੰਦੀ ਹੈ। ਉਸ ਦੀ ਯਾਦ ਬਗੈਰ ਜੀਵਨ ਕਿਸੇ ਕੰਮ ਦਾ ਨਹੀਂ। ਪਤਾ ਨਹੀਂ ਮਨੁੱਖ ਇਹ ਕਿਉਂ ਭੁੱਲ ਜਾਂਦਾ ਹੈ ਕਿ ਸੁੱਖ ਵਿੱਚ ਸੰਗੀ ਸਾਥੀ ਬਹੁਤ ਹੋ ਜਾਂਦੇ ਹਨ, ਪਰ ਦੁੱਖ ਪਰੇਡੇ। ਕੇਵਲ ਰਾਮ ਦਾ ਨਾਮ ਹੀ ਅੰਤ ਤੱਕ ਤੋੜ ਨਿਭਦਾ ਹੈ। ਮੌਤ ਦਾ ਡਰ ਵੀ ਤਾਂ ਹੀ ਆਉਂਦਾ ਹੈ ਕਿ ਵਾਹਿਗੁਰੂ ਦੀ ਸ਼ਰਨ ਨਹੀਂ ਲਈ। ਮਨ ਦਾ ਮਾਣ ਨਾ ਮਿਟਣ ਦਾ ਕਾਰਨ ਕੇਵਲ ਦੁਰਮਤ ਹੈ। ਦੁਰਮਤ ਵਿੱਚ ਹੀ ਫਸ ਬਾਲ ਜਵਾਨੀ ਅਤੇ ਬਿਰਧ ਤਿੰਨੇ ਹੀ ਸਮੇਂ ਵਿਅਰਥ ਚਲੇ ਜਾਂਦੇ ਹਨ। ਸਮੇਂ ਸਿਰ ਕਾਰਜ ਨਾ ਕਰਨ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਰੋਂਦਾ ਕਰਲਾਉਂਦਾ ਹੈ ਅਤੇ ਇਸ ਤਰ੍ਹਾਂ ਹੱਥ ਕੁਝ ਨਹੀਂ ਆਉਂਦਾ। ਮਨ ਵਾਹਿਗੁਰੂ ਵੱਲ ਕਿਵੇਂ ਲੱਗੇ? ਇਹ ਤਾਂ ਉਲਟਾ ਭੀਤੀ ਚਿੱਤਰ ਵਾਂਗ ਵਿਸ਼ਿਆਂ ਵਿੱਚ ਫਸਿਆ ਹੈ। ਮਨੁੱਖ ਇਹ ਵੀ ਕਿਉਂ ਭੁੱਲ ਜਾਂਦਾ ਹੈ ਕਿ ਉਸ ਦੀ ਮਰਜ਼ੀ ਨਹੀਂ ਚੱਲਣੀ। ਕਿਸੇ ਨੂੰ ਫਸਾਉਣ ਵਾਲਾ ਆਪ ਹੀ ਫਾਹੀ ਵਿੱਚ ਫਸ ਜਾਂਦਾ ਹੈ। ਅਸਲ ਰਾਹ ਹੈ ਦੁੱਖ ਲਈ ਸਦਾ ਤਿਆਰ ਰਿਹਾ ਜਾਏ ਅਤੇ ਵਾਹਿਗੁਰੂ ਜੋ ਕਰੇ ਉਸ ਨੂੰ ਸਿਰ ਮੱਥੇ ਸਹਾਰਿਆ ਜਾਏ। ਇਹ ਦੁਨੀਆ ਦੇ ਲੋਕ ਸਭ ਉਸ ਦੇ ਦਰ ਦੇ ਮੰਗਤੇ ਹਨ, ਫਿਰ ਮਨੁੱਖਾਂ ਕੋਲੋਂ ਹੀ ਮੰਗਣਾ ਹੋਇਆ। ਸਭ ਕਾਰਜ ਸਵਾਰਨ ਵਾਲਾ ਵਾਹਿਗੁਰੂ ਹੈ। ਝੂਠਾ ਮਾਣ ਦੇਹੀ ਅਭਿਮਾਨ ਕਿਸੇ ਕਾਜ ਨਹੀਂ। ਜਗ ਉਸੇ ਜਿੱਤਿਆ ਮਾਣ ਉਸੇ ਪਾਇਆ ਜਿਸ ਅਭਿਮਾਨ ਗਵਾਇਆ ਤੇ ਜਸ ਗਾਇਆ। ਉਸ ਨੂੰ ਪਸ਼ੂ ਸਮਾਨ ਹੀ ਜਾਣ ਜਿਸ ਪ੍ਰਭੂ ਦਾ ਜਸ ਨਹੀਂ ਗਾਇਆ। ਜਸ ਵੀ ਉਹ ਹੀ ਸਫਲ ਹੈ ਜੋ ਇੱਕ ਮਨ ਇੱਕ ਚਿੱਤ ਕੀਤਾ ਜਾਵੇ। ਜੇ ਠੁੱਡੇ ਵੀ ਪੈਣ ਤਾਂ ਵੀ ਉਸ ਦਾ ਦਰ ਨਹੀਂ ਛੱਡਣਾ ਚਾਹੀਦਾ। ਸਭ ਕੁਝ ਗਵਾ ਕੇ ਵੀ ਕਈ ਹੋਸ਼ ਵਿੱਚ ਨਹੀਂ ਆਉਂਦੇ। ਕੋਈ ਕਿਸੇ ਦਾ ਨਹੀਂ ਬਣਦਾ। ਇਹ ਜਗਤ ਰੇਤ ਦੀ ਦੀਵਾਰ ਹੈ ਜੋ ਟਿਕੀ ਨਹੀਂ ਰਹਿ ਸਕਦੀ। ਰਾਮ ਅਤੇ ਰਾਵਣ ਦਾ ਬਹੁਤ ਵੱਡਾ ਪਸਾਰਾ ਸੀ, ਉਹ ਵੀ ਨਹੀਂ ਰਹੇ। ਚਿੰਤਾ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਹ ਤਾਂ ਕਰੀਏ ਜੇ ਕੋਈ ਅਣਹੋਣੀ ਹੋਵੇ। ਸਭ ਕੁਝ ਉਸ ਦੇ ਹੁਕਮ ਵਿੱਚ ਹੁੰਦਾ ਹੈ। ਜੋ ਉਪਜਿਆ ਹੈ ਉਸ ਬਿਨਸਨਾ ਹੈ। ਫਿਰ ਦੋਹਰਾ ਲਿਖ ਕੇ ਸਾਨੂੰ ਸਮਝਾਉਂਦੇ ਹਨ ਕਿ ਇਹ ਨਾ ਸਮਝਣ ਅਤੇ ਜਾਣਨ ਕਰਕੇ ਬਲ ਛੁਟਕ ਗਿਆ ਹੈ। ਬਲ ਛੁੱਟਣ ਨਾਲ ਬੰਧਨ ਪੈ ਗਏ ਹਨ। ਕੋਈ ਉਪਾਅ ਵੀ ਨਹੀਂ ਸੁਝਦਾ। ਇੱਕ ਉਪਾਅ ਹੈ ਕਿ ਹਾਥੀ ਵਾਂਗ ਉਸ ਨੂੰ ਪੁਕਾਰਿਆ ਜਾਏ ਅਤੇ ਉਹ ਤੇਂਦੂਏ ਦੇ ਪੰਜੇ ਤੋਂ ਸਾਨੂੰ ਛੁਡਾਏ। ਗੱਜ ਜੋ ਹੋ ਸਹਾਏ ਕਹਿਣ ਵਾਲੇ ਦੀ ਪੁਰਸ਼ ਦੇ ਸੰਕੇਤ ਤੋਂ ਹੀ ਅਗਲੇ ਸ਼ਲੋਕ ਵਿੱਚ ਹੱਲਾਸ਼ੇਰੀ ਦਿੰਦੇ ਹਨ ਕਿ ਜਦ ਪੁਕਾਰ ਸੁਣੀ ਜਾਏਗੀ, ਬਾਹਾਂ ਉਹ ਪਕੜ ਲਏ ਤਾਂ ਬਲ ਆਪੇ ਹੀ ਆ ਜਾਂਦਾ ਹੈ। ਬੰਧਨ ਟੁੱਟ ਜਾਂਦੇ ਹਨ। ਉਪਾਅ ਵੀ ਸੂਝਣ ਲੱਗ ਪੈਂਦੇ ਹਨ। ਕਿਤਨਾ ਸੱਚ ਹੈ। ਜਦ ਬ੍ਰਾਹਮਣਾ ਪੁਕਾਰ ਕੀਤੀ, ਆਪ ਜੀ ਨੇ ਬਾਂਹ ਪਕੜੀ ਅਤੇ ਉਪਾਅ ਵੀ ਕੌਮ ਨੂੰ ਸੂਝਣ ਲੱਗ ਪਏ। ਤੰਦੂਆ ਜ਼ਾਲਮ ਨੱਸ ਹੀ ਗਿਆ। ਇਹ ਦੋਵੇਂ ਦੋਹਰਾ ਅਤੇ ਸ਼ਲੋਕ ਗੁਰੂ ਤੇਗ ਬਹਾਦਰ ਜੀ ਦੇ ਹੀ ਹਨ। ਇਹ ਕੋਈ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤਾ ਸਵਾਲ ਜਵਾਬ ਨਹੀਂ। ਮੁੱਢਲਾ ਸਿਰਲੇਖ ਸ਼ਲੋਕ ਵਾਰਾਂ ਤੇ ਵਧੇਕ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਸਿਰਲੇਖ ਹੇਠਾਂ ਹੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਦਰਜ ਹਨ। ਇਹਨਾਂ ਪਿੱਛੋਂ ਮੰਦਾਵਣੀ ਮਹੱਲਾ ਪੰਜਵਾਂ ਅਤੇ ਸ਼ਲੋਕ ਮਹੱਲਾ ਪੰਜਵਾਂ ਹਨ। ਗੁਰੂ ਪਾਤਸ਼ਾਹ ਨੇ ਇਤਨੀ ਸੰਭਾਲ ਵਰਤੀ ਕਿ ਜੇ ਕਿਧਰੇ 6 ਸ਼ਬਦਾਂ ਦਾ ਸ਼ਲੋਕ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਪਿੱਛੋਂ 6 ਹੀ ਸ਼ਬਦਾਂ ਦਾ ਸ਼ਲੋਕ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਆਇਆ ਤਾਂ ਪਹਿਲਾ ਮਹੱਲਾ ਤੀਜਾ ਪਾਇਆ। ਪਹਿਲਾਂ 27 ਨੰਬਰ ਦਾ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਅਗਲਾ ਸ਼ਲੋਕ ਨੰਬਰ 28 ਗੁਰੂ ਅਮਰਦਾਸ ਜੀ ਦਾ ਹੈ। ਇਹ ਨਹੀਂ ਹੋ ਸਕਦਾ ਕਿ ਹੁਣ ਸਾਡੇ ਤੇ ਰਹਿਣ ਦਿੰਦੇ। ਜੇ ਸ਼ਲੋਕ 54ਵਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੁੰਦਾ ਤਾਂ ਸੰਕੇਤ ਜ਼ਰੂਰ ਮਹੱਲਾ 10 ਦਾ ਦਿੱਤਾ ਹੁੰਦਾ।
ਇਹ ਕਹਿਣਾ ਕਿ ਕੁਝ ਬੀੜਾਂ ਤੇ ਮਹਿਲਾ 10 ਲਿਖਿਆ ਹੈ ਵਾਧੂ ਗੱਲ ਹੈ। ਪਿੱਛੋਂ ਸਾਖੀ ਘੜਨ ਵਾਲਿਆਂ ਨੇ ਬੀੜ ਦੀ ਗਵਾਹੀ ਵੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਚੱਲ ਸਕੀ। ਫਿਰ ਅਸਾਂ ਸਾਰੇ ਸ਼ਲੋਕਾਂ ਅਤੇ ਉਹਨਾਂ ਦੀ ਬਾਣੀ ਵਿੱਚ ਦੇਖਿਆ ਹੈ ਕਿ ਕਿਧਰੇ ਨਿਰਾਸ਼ਾ ਦਾ ਇੱਕ ਸ਼ਬਦ ਨਹੀਂ, ਚੇਤਾਵਨੀਆਂ ਜ਼ਰੂਰ ਹਨ। ਇੱਕ ਪੰਦਨਾਮਾ ਹੈ ਅਤੇ ਆਪਣੇ ਬੇਟੇ ਗੁਰੂ ਗੋਬਿੰਦ ਸਿੰਘ ਰਾਹੀਂ ਪੰਥ ਨੂੰ ਸੰਕੇਤ ਦੇ ਕੇ ਬਲ ਪੈਦਾ ਕਰਨ ਦਾ ਢੰਗ ਸਿਖਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਇਸੇ ਖਿਆਲ ਦੀ ਉਪਜ ਹੈ। ਸਤਿ ਸ਼੍ਰੀ ਅਕਾਲ ਇਸੇ ਦਾ ਅਰਥ ਭਾਵ ਹੈ। ਭਾਈ ਵੀਰ ਸਿੰਘ ਦਾ ਵਿਚਾਰ ਸੀ ਕਿ ਇਹ 9ਵੇਂ ਮਹੱਲੇ ਦੇ ਸ਼ਲੋਕ ਆਪਣੇ ਆਪ ਨਾਲ ਗੱਲਾਂ ਹਨ, ਪਰ ਬਹੁਤਾ ਇਹ ਹੀ ਜੱਚਦਾ ਹੈ ਕਿ ਇਹ ਪੰਦਨਾਮਾ ਹੈ ਜਿਸ ਤੇ ਪੰਥ ਨੇ ਟੁਰਨਾ ਹੈ। ਆਖਰੀ ਸ਼ਲੋਕਾਂ ਵਿੱਚ ਚੜ੍ਹਦੀ ਕਲਾ ਦਾ ਜੈਕਾਰਾ ਗਜਾਉਂਦੇ ਹਨ ਕਿ ਵਾਹਿਗੁਰੂ ਦੀ ਹੋਂਦ ਦਾ ਚਿੰਨ੍ਹ ਨਾਮ ਰਹੇਗਾ, ਜਾਂ ਉਸ ਨੂੰ ਜਪ ਪ੍ਰਗਟ ਕਰਨ ਵਾਲੇ ਸਾਧੂ ਅਤੇ ਜਾਂ ਸਾਧੂਆਂ ਦੀ ਰੱਛਿਆ ਰਹਿਤ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਅਤੇ ਉਸ ਦਾ ਖਾਲਸਾ। ਗੁਰੂ ਹਰਗੋਬਿੰਦ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੇ ਫਰਮਾਇਆ ਸੀ ਕਿ ਇਹ ਬਾਲਕ ਦੀਨ ਰਸ਼ ਸੰਕਟ ਹਰਨ ਹੈ, ਅਤੇ ਉਹਨਾਂ ਆਪਣੇ ਅੰਤਿਮ ਸਮੇਂ ਸ਼ਹਾਦਤ ਦੇ ਕੇ ਸੰਕਟ ਦੂਰ ਕਰਨ ਦਾ ਮੰਤ, ਕੁਰਬਾਨੀ ਅਤੇ ਅੰਤਿਮ ਸ਼ਲੋਕ ਵਿੱਚ ਵਾਹਿਗੁਰੂ ਦੀ ਟੇਕ ਦੱਸਿਆ। ਜਿਤ ਸਿਮਰਤ ਸੰਕਟ ਮਿਟੇ, ਦਰਸ ਤੁਹਾਰੋ ਹੋਏ। ਪਿਛਲੇ ਇੱਕ ਦਾ ਭਾਵ ਇਹੀ ਹੀ ਹੈ ਕਿ ਸ਼ਲੋਕਾਂ ਵਿੱਚ ਇੱਕੋ ਵਿਚਾਰ ਦੀ ਵਿਆਖਿਆ ਹੈ। ਇੱਕ ਵਿਚਾਰ ਹੋਰ ਇਹ ਦਿੱਤੀ ਜਾਂਦੀ ਹੈ ਕਿ ਜਿਵੇਂ ਗੁਰੂ ਅਮਰਦਾਸ ਜੀ ਨੇ ਅੰਤ ਸਮੇਂ ਜੋ ਪੰਦਨਾਮੇ ਦੇ ਤੌਰ ਤੇ ਬਚਨ ਕੀਤੇ, ਉਸ ਨੂੰ ਸੁੰਦਰ ਜੀ ਗੁਰੂ ਜੀ ਦੇ ਪੋਤਰੇ ਨੇ ਲਿਖ ਲਏ ਅਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਰਾਮਕਲੀ ਰਾਗ ਵਿੱਚ ਸੱਦ ਹੇਠਾਂ ਦਰਜ ਕੀਤੇ। ਸੱਦ ਵਿੱਚ ਇੱਕ ਧੁਨੀ ਸੀ, ਮੇਰੀ ਪੈਂਜ ਰਾਖੋ ਅਰਦਾਸ ਜੀਓ, ਅਤੇ ਮਾਇਆ ਰਹਿਤ ਨਾਮ ਬਖਸ਼ੋ ਜੋ ਮਿੱਤਰ ਵਾਂਗ ਮੇਰੇ ਨਾਲ ਚੱਲੇ ਅਤੇ ਜਮਦੂਤ ਨੂੰ ਪਛਾੜ ਦੇਵੇ। ਅੰਤ ਚੱਲਦਿਆਂ ਹੋਏ ਬੇਲ ਜਮਦੂਤ ਕਾਲ ਨਿਖੰਜਨ। ਇਸੇ ਤਰ੍ਹਾਂ ਇਸ ਕਥਿਤ ਦੋਹਰੇ ਵਿੱਚ ਇਹ ਹੀ ਅਰਦਾਸ ਹੈ, ਗਜ ਜੀਓ ਹੋ ਸਹਾਈ ਅਤੇ ਟੇਕ ਏਕ ਰਘਨਾਥ ਦੇਵੋ। ਫਿਰ ਜਿਵੇਂ ਰਾਮਕਲੀ ਸੱਦ ਦੀ ਦੂਜੀ ਪੌੜੀ ਵਿੱਚ ਜ਼ਿਕਰ ਹੈ ਕਿ ਸਤਿਗੁਰ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹੀ ਸਬਾਸ ਜੀਓ। ਇਸ ਤਰ੍ਹਾਂ ਕੀਤੀ ਅਰਦਾਸ ਗੱਜ ਜਿਉ ਹੋ ਸਹਾਈ, ਅਤੇ ਉੱਤਰ ਉਸ ਵੇਲੇ ਆਇਆ, ਬਲ ਨਹੀਂ ਜਾਵੇਗਾ, ਬੰਧਨ ਟੁੱਟ ਜਾਣਗੇ। ਵਾਹਿਗੁਰੂ ਦੀ ਹੋਂਦ ਦੇ ਪ੍ਰਕਾਸ਼ ਨਾਮ ਨੂੰ ਕੋਈ ਮਿਟਾ ਨਹੀਂ ਸਕਦਾ, ਨਾਮ ਜਪਣ ਵਾਲੇ ਸਾਧੂਆਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਹੁਣ ਸਾਧ ਸਮੂਹ ਪ੍ਰਸੰਨ ਫਿਰੇ ਜਗ, ਕਿਉਂਕਿ ਰੱਖਿਆ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਅਤੇ ਉਸ ਦਾ ਖਾਲਸਾ ਪੈਦਾ ਹੋ ਗਿਆ ਹੈ। ਜਿਵੇਂ ਗੁਰੂ ਅਮਰਦਾਸ ਜੀ ਦੇ ਅਕਾਲ ਚਲਾਣੇ ਵੇਲੇ ਆਨੰਦ ਅਣਹਦ ਵਾਜੇ ਹਰ ਆਪ ਗਲ ਮਿਲਾਵੇ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਅਨੁਸਾਰ ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਕ ਹੈ ਸਭ ਜਗਤ ਭਇਓ, ਜੈ 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 ਸੁਰਲੋਕ। ਸੰਕਟ ਹਰਨ। ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਪੜ੍ਹਦਿਆਂ ਇਹ ਸਪਸ਼ਟ ਹੁੰਦਾ ਹੈ ਕਿ ਮਨੁੱਖ ਜਾਤੀ ਤੇ ਖਾਸ ਕਰ ਹਿੰਦੁਸਤਾਨ ਹਰ ਪੱਖੋਂ ਸੰਕਟ ਵਿੱਚ ਪਿਆ ਸੀ। ਸਿਆਸੀ, ਭਾਈਚਾਰਕ, ਆਰਥਿਕ ਅਤੇ ਸਮਾਜਿਕ ਸੰਕਟ ਵਿੱਚ ਹਿੰਦੁਸਤਾਨ ਜਕੜਿਆ ਹੋਇਆ ਸੀ। ਮਨੁੱਖ ਕਣਕ ਕਾਮਣੀ ਦੇ ਰਸ ਉਰਝ ਗਿਆ, ਜੋਬਨ ਧਨ ਅਤੇ ਪ੍ਰਭੁਤਾ ਦੇ ਮਦ ਵਿੱਚ ਪਾਗਲ ਹੀ ਹੋ ਗਿਆ ਸੀ। ਗੁਰੂ ਪਾਤਸ਼ਾਹ 2 ਸਦੀਆਂ ਤੋਂ ਇਸੇ ਯਤਨ ਵਿੱਚ ਲੱਗੇ ਹੋਏ ਸਨ ਕਿ ਮਨੁੱਖ ਦਾ ਅਧਿਆਸ ਮੁੱਕੇ। ਸੁਣਨ ਤਾਂ ਲੱਗ ਪਿਆ ਸੀ, ਪਰ ਕਰਨ ਵੇਲੇ ਆਲਸੀ ਹੋ ਬੈਠਦਾ ਸੀ। ਪ੍ਰਪੰਚ ਦੇ ਸਹਾਰੇ ਇਹ ਟੁਰਨ ਲੋਚਦਾ ਸੀ। ਇਸ ਦੀ ਰੁਚੀ ਦੁਆਰੇ ਦੁਆਰੇ ਡੋਲਣ ਵਾਲੀ ਹੋ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਬਚਨ ਦਾ ਰਾਹ ਕੇਵਲ ਸਾਧ ਦੀ ਸ਼ਰਨ ਦੱਸਿਆ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਲਿਖਿਆ ਸੀ, ਥੰਮੇ ਕੋਈ ਨਾ ਸਾਧ ਬਿਨ, ਅਤੇ ਸਾਧ ਨਾ ਦਿਸੇ ਜਗ ਵਿੱਚ ਕੋਆ। ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦੇ ਕੇ ਥੰਮਿਆ ਅਤੇ ਸੰਕਟ ਤੋਂ ਬਚਾਇਆ। ਕਈ ਕੁਰਬਾਨੀ ਕਰਨ ਵਾਲੇ ਨੇਤਰੇ ਸ਼ਹੀਦਾਂ ਦੀ ਕਤਾਰ ਲੱਗ ਗਈ। ਆਤਮਿਕ ਸੰਕਟ ਇਹ ਸੀ ਕਿ ਮਨੁੱਖ ਦਿਸਦੇ ਪਦਾਰਥਾਂ ਨੂੰ ਅਮਰ ਕਰ ਜਾਣਦਾ ਸੀ, ਦੇਖ ਕੇ ਅਣਡਿੱਠੇ ਕਰਨ ਦੀ ਰੁਚੀ ਨਹੀਂ ਉਪਜੀ ਸੀ। ਫਿਰ ਇਸ ਤੋਂ ਮਾੜੀ ਗੱਲ ਇਹ ਸੀ ਕਿ ਉਹ ਸਮਝਣ ਲੱਗ ਪਿਆ ਸੀ ਕਿ ਇਹਨਾਂ ਪਦਾਰਥਾਂ ਵਿੱਚ ਸੰਤੁਸ਼ਟ ਕਰਨ ਦੀ ਸ਼ਕਤੀ ਹੈ ਅਤੇ ਜੀਵਨ ਦਾ ਨਿਸ਼ਾਨਾ ਉਸ ਨੂੰ ਪ੍ਰਾਪਤ ਕਰਨਾ ਹੀ ਬਣਾ ਬੈਠਾ ਸੀ। ਗੁਰੂ ਮਹਾਰਾਜ ਨੇ ਇਹ ਤਿੰਨੇ ਹੀ ਮਿੱਥ ਤੋੜੇ। ਉਹਨਾਂ ਸਮਝਾਇਆ ਕਿ ਇਹਨਾਂ ਪਦਾਰਥਾਂ ਧਨਤਾ ਧਰਤੀ ਵਿੱਚ ਸੁੱਖ ਦੇਣ ਦੀ ਸ਼ਕਤੀ ਨਹੀਂ, ਇਹ ਚਲਾ ਇਮਾਨ ਹਨ,
ਪ੍ਰਪੰਚ ਕਰ ਪ੍ਰਾਪਤ ਜ਼ਰੂਰ ਹੋ ਜਾਂਦੇ ਹਨ, ਪਰ ਨਾਲ ਹੀ ਪੀੜਾ ਅਤੇ ਚਿੰਤਾ ਪੈਦਾ ਕਰਦੇ ਹਨ। ਸਭ ਸੁਖ ਦਾਤਾ ਰਾਮ ਹੈ, ਭੁਗਤ ਮੁਕਤ का कारण स्वामी है। केवल मूर्ख ही यह गल नहीं समझदा, ज्ञानी नूं सोझी आ जाती है। आर्थिक संकट तां आया है क्योंकि इस मनुख ने पशु वांग उदर करना आरंभ कर दिता है। हर वेले अपनों उदर भरे दी सोचनी ने इस संकट नूं पक्का कीता है। गुरमत दी सोझी नहीं, हाथ दे के भला मनाउण दी जांच भुल गई है। सहजे आवे सहजे जावे दी रुचि ही यह संकट दूर कर सकती है। सियासत संकट तां है जे ਇਹ ਧਰਤੀ ਦਾ ਸਰਦਾਰ ਸੇਵ ਕਰਤ ਜਨ ਜਨ ਕੀ ਦੀ ਭਾਵਨਾ ਰੱਖਣ ਲੱਗ ਪਿਆ ਹੈ। ਸਿਆਸੀ ਜ਼ੁਲਮਾਂ ਤੋਂ ਡਰ ਗਿਆ ਹੈ। ਇਸ ਦਾ ਵਿਸ਼ਵਾਸ ਹੀ ਉੱਠ ਗਿਆ ਹੈ ਕਿ ਉਸ ਨੂੰ ਗੱਜ ਵਾਂਗ ਵਾਹਿਗੁਰੂ ਬਚਾ ਸਕਦਾ ਹੈ, ਧਰੂ ਵਾਂਗ ਸਹਾਇਤਾ ਕਰ ਸਕਦਾ ਹੈ, ਪ੍ਰਹਲਾਦ ਵਾਂਗ ਥੰਮ ਪਾੜ ਹਰਨਾਕਸ਼ ਨੂੰ ਮਾਰ ਸਕਦਾ ਹੈ। ਸਿਆਸੀ ਸੰਕਟ ਦੂਰ ਕਰਨ ਦਾ ਉਪਾਅ ਇੱਕੋ ਹੈ ਕਿ ਨਾ ਕੋਈ ਡਰੇ ਅਤੇ ਨਾ ਕੋਈ ਡਰਾਵੇ। ਡਰਾਵੇ ਵਾਲਾ ਜਾਬਰ ਹੈ ਅਤੇ ਡਰਨ ਵਾਲਾ ਕਾਇਰ। ਇਹ ਕਾਇਰ ਅਤੇ ਜਾਬਰ ਲੋਕ ਹੀ ਸਿਆਸੀ ਸੰਕਟ ਪੈਦਾ ਕਰਦੇ ਹਨ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੈਰਾਗਮਈ ਹੈ, ਤਿਆਗਮਈ ਨਹੀਂ। ਗੁਰੂ ਪਾਤਸ਼ਾਹ ਕੇਵਲ ਉਹਨਾਂ ਪਦਾਰਥਾਂ ਦੇ ਰਸ ਦੀ ਮਸਤੀ ਨੂੰ ਛੱਡਣ ਲਈ ਕਹਿੰਦੇ ਹਨ ਜਿਨ੍ਹਾਂ ਦੀ ਕੋਈ ਸਦੀਵੀ ਕੀਮਤ ਨਹੀਂ। ਇਹਨਾਂ ਪਦਾਰਥਾਂ ਦੀ ਖਾਤਰ ਕੁਕਰਮ, ਪ੍ਰਪੰਚ ਅਤੇ ਠੱਗੀ ਕਰਨ ਤੋਂ ਰੋਕਦੇ ਹਨ। ਇਹਨਾਂ ਪਦਾਰਥਾਂ ਅਤੇ ਜੀਵਨ ਦਾ ਕੋਈ ਭਰੋਸਾ ਨਹੀਂ। ਇਸ ਵੈਰਾਗ ਤੋਂ ਹੀ ਅਨੁਰਾਗ ਉਪਜਾਉਣਾ ਹੈ। ਇਹ ਵਿਰਾਗ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਵਸਤੂਆਂ ਰਹਿਣੀਆਂ ਨਹੀਂ ਅਤੇ ਜਿਸ ਨੇ ਵਿਰਾਗ ਕੀਤਾ, ਫਿਕਰ ਕੀਤਾ, ਉਸ ਵਿੱਚ ਪਿਆਰ ਦਾ ਬੀਜ ਪੈ ਗਿਆ ਹੈ ਅਤੇ ਉਹ ਗੁਰੂ ਚਰਨਾਂ ਨਾਲ ਪ੍ਰੀਤ ਕਰਨ ਲਈ ਗੁਰੂ ਸ਼ਰਨ ਭਾਲੇਗਾ। ਮਾਰੂ ਰਾਗ ਦੇ ਇੱਕ ਸ਼ਬਦ ਵਿੱਚ ਗੁਰੂ ਜੀ ਇਸ ਵਿਰਾਗ ਤੋਂ ਅਨੁਰਾਗ ਕਿਵੇਂ ਪੈਦਾ ਕਰਨਾ ਹੈ ਦਾ ਵੱਲ ਦੱਸਦੇ ਹਨ। ਜਮ ਕੋ ਡੰਡ ਪਰਿਓ ਸਿਰ ਉੱਪਰ, तब सोवत तय जाग्यो। कहाँ होत अब के पशुताए, छूटत नाहे भाग्यो। एह चिंता उपजी घट में, जब गुर चरण अनुराग्यो। सफल जन्म नानक तब हुआ, जो प्रभ रस में भाग्यो। इन्हां पदार्थां तो उपराम करा के नसाया नहीं, गुरु चरनी चित लगाया है। यह विराग ਉਪਜਾਉਣ ਅਤੇ ਫਿਰ ਗੁਰੂ ਚਰਨੀ ਪਿਆਰ ਲਗਾਉਣ ਦਾ ਰਾਹ ਵੀ ਉਹਨਾਂ ਇੱਕ ਹੀ ਦੱਸਿਆ ਹੈ ਕਿ ਨਾਮ ਨੂੰ ਜਪਿਆ ਜਾਏ। ਕਲਮੇ ਏਕ ਨਾਮ ਕਿਰਪਾ ਨਿਧਾਨ, ਜਾਹੇ ਜਪੇ ਗਤ ਪਾਵੇ, ਔਰ ਧਰਮ ਤਾਕੇ ਸਮ ਨਾਹੇ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਉਹਨਾਂ ਦੀ ਬਾਣੀ ਵਿੱਚ ਮਿੱਠੀ ਕਸਕ, ਮਧੁਰ ਰਾਗ ਅਤੇ ਮਗ ਦਰਸਾਉਣ ਵਾਲੀ ਸ਼ਕਤੀ ਹੈ। ਨੌਵੇਂ ਮਹਿਲ ਦੀ ਬਾਣੀ ਮਨੁੱਖ ਵਿੱਚ ਉਤਸ਼ਾਹ ਭਰ ਮਨ ਨੂੰ ਤਗੜਿਆਂ ਕਰ ਹਿਰਦਾ ਹਿਲਾ ਦਿੰਦੀ ਹੈ। ਭਾਈ ਨੰਦ ਲਾਲ ਜੀ ਨੇ ਠੀਕ ਕਿਹਾ ਸੀ, ਗੁਰੂ ਦੀ ਬਾਣੀ ਗਿਆਨ ਤੇ ਨੂਰ ਤੋਂ ਵੀ ਅਚੇਚੀ ਹੈ। ਸੋ ਇਹ ਹੀ ਕਹਿਣਾ ਬਣਦਾ ਹੈ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਉਤਸ਼ਾਹ ਭਰਪੂਰ, ਸੰਕਟ ਹਰਨ ਅਤੇ ਜੀਵਨ ਜੋਤ ਜਗਾ ਕੇ ਰਾਹ ਦਰਸਾਉਣ ਵਾਲੀ ਅਦੁੱਤੀ ਦਾਤ ਹੈ। ਸ਼ਲੋਕ ਪੰਥ ਲਈ ਇਸ ਪੰਦਨਾਮਾ ਨਿਆਈ ਹਨ ਕਿ ਜਨਮ ਅਕਾਰਥ ਨਹੀਂ ਗਵਾਉਣਾ, ਸਕਾਰਥ ਕਰਨਾ ਹੈ ਅਤੇ ਸਕਾਰਥ ਤਾਂ ਹੀ ਗਿਣਿਆ ਜਾਵੇਗਾ ਜੇ ਐਸੀ ਸ਼ਕਤੀ ਆ ਜਾਵੇ ਕਿ ਨਾ ਫਿਰ ਕਿਸੇ ਤੋਂ ਡਰੇ ਅਤੇ ਨਾ ਕਿਸੇ ਨੂੰ ਡਰਾਏ। ਗੁਰੂ ਮੰਤਰ ਇਹ ਹੀ ਹੈ ਕਿ ਨਾਮ ਤੋਂ ਉੱਚੀ ਕੋਈ ਵਸਤੂ ਨਹੀਂ, ਸਾਧ ਤੋਂ ਚੰਗੇਰਾ ਕੋਈ ਸਾਥ ਨਹੀਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਮਰਿਆਦਾ ਤੇ ਟੁਰਨ ਤੋਂ ਇਲਾਵਾ ਕੋਈ ਰਾਹ ਨਹੀਂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹਿ ਨਾਨਕ ਇਹ ਜਗਤ ਮੇਂ ਕਿਨ ਜਪਿਓ ਗੁਰਮੰਤ। ਭਾਗ 14 ਸ਼ਖਸੀਅਤ ਅਤੇ ਪ੍ਰਭਾ। ਭਾਈ ਨੰਦ ਲਾਲ ਜੀ ਨੂੰ ਇੱਕ ਪ੍ਰਕਾਰ ਦਾ ਅਸੀਂ ਸਮਕਾਲੀ ਹੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਨੇ ਸਭ ਗੁਰੂ ਜੋਤਾਂ ਦਾ ਦੀਦਾਰ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੀਤਾ। ਉਹ ਲਿਖਦੇ ਹਨ ਕਿ ਗੁਰੂ ਨਾਨਕ ਦੀ 9ਵੀਂ ਪਾਤਸ਼ਾਹੀ ਨਵੇਂ ਵਿਧਾਨ ਵਾਲੀ ਅਤੇ ਸੱਚ ਦੇ ਪਾਲਣਹਾਰਾਂ ਦੀ ਸਰਦਾਰ ਹੈ, ਲੋਕ ਪਰਲੋਕ ਦੀ ਸੁਲਤਾਨ ਹੈ ਅਤੇ ਆਤਮ ਵਿਸ਼ਵਾਸ ਦਾ ਸਿਖਰ ਹੈ। ਬਾਵਜੂਦ ਰੱਬੀ ਸ਼ਕਤੀਆਂ ਦੇ ਮਾਲਕ ਹੋਣ ਦੇ ਗੁਰੂ ਤੇਗ ਬਹਾਦਰ ਰੱਬ ਦੀ ਆਗਿਆ ਅਤੇ ਮਰਜ਼ੀ ਅੱਗੇ ਸੀਸ ਝੁਕਾਉਣ ਵਾਲੀ ਅਤੇ ਰੱਬੀ ਜਲਾਲ ਅਤੇ ਵਡਿਆਈ ਦਾ ਗੁਪਤ ਰਾਜ ਹੈ। ਪਵਿੱਤਰਤਾ ਵਾਲੇ ਹੁਕਮ ਦੇ ਬੰਦਿਆਂ ਦੀ ਅਜਮਾਇਸ਼ ਕਰਨ ਵਾਲੀ ਅਤੇ ਨਿਰਪੱਖ ਵਿਧੀਬੱਧ ਸ਼ਰਧਾਲੂਆਂ ਨੂੰ ਸੁਰਜੀਤ ਕਰਨ ਵਾਲੀ ਹੈ। ਰੱਬੀ ਮਾਰਗ ਦੇ ਪਾਂਧੀ ਉਸ ਤੋਂ ਹੀ ਰੌਸ਼ਨੀ ਲੈ ਟੁਰਦੇ ਹਨ। ਉਹਨਾਂ ਦੀ ਜਾਤ ਸੱਚ ਤੇ ਨਿਰਭਰ ਹੈ ਅਤੇ ਵਾਹਿਗੁਰੂ ਨੂੰ ਸਦਾ ਅੰਗ ਸੰਗ ਰੱਖਦੀ ਹੈ। ਉਹ ਵਿਸ਼ੇਸ਼ ਕਰਕੇ ਪ੍ਰੇਮ ਪਾਂਧੀਆਂ ਦਾ ਮੁਕਟ ਅਤੇ ਵਾਹਿਗੁਰੂ ਦੇ ਪਿਆਰਿਆਂ ਦਾ ਤਾਜ ਹਨ। ਤੇਗ ਬਹਾਦਰ ਨਾਂ ਦੇ ਫਾਰਸੀ ਹਿੱਜੇ
ਲੈ ਕੇ ਭਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦੀ ਵਡਿਆਈ ਇਸ ਤਰ੍ਹਾਂ ਦਰਸਾਈ ਹੈ। ਉਹਨਾਂ ਦੇ ਨਾਮ ਦੀਆਂ ਬਰਕਤਾਂ ਨਾਲ ਸੰਬੰਧਿਤ ਤੈਂ ਹੁਕਮ ਤੇ ਰਜਾ ਵਿੱਚ ਰਹਿਣ ਦੀ ਵਡਿਆਈ ਦੱਸਦੀ ਹੈ। ਉਹਨਾਂ ਦੀ ਫਾਰਸੀ ਦੇ ਇਹ ਵੱਡੇ ਪੂਰਨ ਵਿਸ਼ਵਾਸ ਦੀ ਸੂਚਕ ਹੈ ਅਤੇ ਉਹਨਾਂ ਦੀ ਮੁਬਾਰਕ ਫਾਰਸੀ ਗਿਆਨ ਉਸ ਦੀ ਮਿਹਰ ਭਰੀ ਜਾਤ ਨੂੰ ਸਿਰ ਤੋਂ ਪੈਰਾਂ ਤੱਕ ਹਲੀਮੀ ਦਾ ਰੂਪ ਦਰਸਾਉਣਾ ਹੈ। ਉਹਨਾਂ ਦੇ ਨਾਮ ਦੀ ਬੇ ਸਮੇਤ ਹੇ ਦੇ ਵਿਦਿਆ ਸਿੱਖਿਆ ਦੀ ਮਹਿਫਲ ਦਾ ਸ਼ਿੰਗਾਰ ਹੈ। ਸੱਚ ਦਾ ਸੰਪਾਦਿਤ ਕੀਤਾ ਅਲਫ ਸਿਦਕ ਅਤੇ ਸੱਚ ਦੀ ਸਜਾਵਟ ਹੈ ਅਤੇ ਉਸ ਦੇ ਆਨੰਦ ਰੂਪ ਦੀ ਦਾਲ ਉਹਨਾਂ ਦੇ ਨਿਰੰਕਾਰੀ ਹੋਣ ਦਾ ਵਾਜਾ ਹੈ। ਅੰਤਿਮ ਰੇ ਰੱਬੀ ਰਾਹ ਦੇ ਭੇਦਾਂ ਨੂੰ ਸਮਝਣ ਵਾਲੀ ਅਤੇ ਉਚੇਚੀ ਸੱਚਾਈ ਦੀ ਸਹੀ ਨਹੀਂ ਹੈ ਗੱਲ ਕਿ ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤੱਕ ਉਚਾਈਆਂ ਅਤੇ ਵਡਿਆਈਆਂ ਦੇ ਭੰਡਾਰ ਹਨ ਅਤੇ ਰੱਬ ਦੀ ਸ਼ਾਨ ਸ਼ੌਕਤ ਦੀ ਮਹਿਫਲ ਦੀ ਰੌਣਕ ਵਧਾਉਣ ਵਾਲੇ ਹਨ। ਸੱਚ ਦੀਆਂ ਕਿਰਨਾਂ ਉਹਨਾਂ ਦੇ ਪਾਵਨ ਵਜੂਦ ਕਾਰਨ ਹੀ ਰੌਸ਼ਨ ਹਨ। ਰੱਬ ਨੇ ਸਾਰੇ ਚੁਣੇ ਪੈਗੰਬਰਾਂ ਵਿੱਚੋਂ ਉਹਨਾਂ ਨੂੰ ਚੁਣਿਆ ਤਾਂ ਕਿ ਲੋਕਾਂ ਨੂੰ ਭਾਣਾ ਮੰਨਣ ਅਤੇ ਸੱਚ ਤੇ ਦ੍ਰਿੜ ਰਹਿਣ ਦੀ ਜਾਂਚ ਆ ਜਾਏ। ਉਹਨਾਂ ਭਾਣਾ ਮੰਨ ਕੇ ਦਿਖਾਇਆ। ਉਹਨਾਂ ਦਾ ਰੁਤਬਾ ਸਾਰਿਆਂ ਨੂੰ ਪ੍ਰਵਾਨ ਵੱਡਿਆਂ ਵਿੱਚ ਵੱਡਾ ਹੈ। ਸਾਰੇ ਹੀ ਗੁਰੂ ਤੇਗ ਬਹਾਦਰ ਜੀ ਕੋਲੋਂ ਰਹਿਮਤਾਂ ਮੰਗਦੇ ਹਨ। ਉਹਨਾਂ ਦੀ ਬਾਣੀ ਗਿਆਨ ਅਤੇ ਨੂਰ ਤੋਂ ਉਚੇਚੀ ਹੈ। ਇਹ ਠੀਕ ਹੈ ਕਿ ਇਸ ਤੋਂ ਉਚੇਚੀ ਸੱਚਾਈ ਜਿਸ ਨੂੰ ਸਮੇਂ ਦਾ ਪ੍ਰਸਿੱਧ ਇਤਿਹਾਸਕਾਰ ਟਾਈਨ ਵੀ ਲੱਭਦਾ ਹੈ ਕਿਹੜੀ ਹੋ ਸਕਦੀ ਹੈ ਕਿ ਪਰ ਲਈ ਦੂਜਿਆਂ ਲਈ ਜਿਨ੍ਹਾਂ ਅਕੀਦਿਆਂ ਤੇ ਯਕੀਨ ਤੱਕ ਨਾ ਹੋਵੇ ਕੁਰਬਾਨ ਹੋ ਜਾਣਾ ਤਾਂ ਕਿ ਕਿਸੇ ਦਾ ਜਬਰੀ ਹੱਕ ਨਾ ਖੋਇਆ ਜਾਏ। ਜਿੱਥੋਂ ਸੰਸਾਰ ਭਰ ਨੇ ਲੋਕਤੰਤਰ ਤੇ ਟੁਰਨ ਦੀ ਜਾਂਚ ਸਿੱਖੀ ਉਸ ਹਾਊਸ ਆਫ ਕਾਮਨਸ ਇੰਗਲੈਂਡ ਦੇ ਮੁੱਖ ਦੁਆਰ ਤੇ ਇਹ ਲਿਖਿਆ ਹੈ ਕਿ ਮੈਂ ਤੁਹਾਡੇ ਮਤ ਨਾਲ ਸਹਿਮਤ ਨਹੀਂ ਪਰ ਜਾਣ ਵਾਰ ਕੇ ਵੀ ਤੁਹਾਨੂੰ ਆਪਣਾ ਮਤ ਕਹਿਣ ਦੀ ਖੁੱਲ੍ਹ ਲੈ ਦਿਆਂਗਾ। ਗੁਰੂ ਤੇਗ ਬਹਾਦਰ ਜੀ ਨੇ 1675 ਦੀ 11 ਨਵੰਬਰ ਨੂੰ ਇਹ ਕਰ ਦਿਖਾਇਆ। ਕੈਨੇਡੀ ਨੇ ਇੱਕ ਵਾਰ ਕਿਹਾ ਸੀ ਕਿ ਜੋ ਉਸ ਵੇਲੇ ਨਹੀਂ ਬੋਲਦੇ ਜਿਸ ਸਮੇਂ ਬੋਲਣਾ ਜ਼ਰੂਰੀ ਹੈ ਉਹ ਬੋਲਣ ਦਾ ਹੱਕ ਹੀ ਮੂਲੋਂ ਗਵਾ ਬੈਠਦੇ ਹਨ। ਗੁਰੂ ਤੇਗ ਬਹਾਦਰ ਜੀ ਦਾ ਸਾਰਾ ਜੀਵਨ ਅਤੇ ਸ਼ਹਾਦਤ ਇਸ ਪੱਖੋਂ ਵੀ ਦੇਖਣ ਦੀ ਲੋੜ ਹੈ। ਉਹ ਜੰਝੂ ਪਹਿਨਦੇ ਨਹੀਂ ਸਨ, ਤਿਲਕ ਲਗਾਉਂਦੇ ਨਹੀਂ ਸਨ, ਸਗੋਂ ਗਵਾਈਆਂ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣ ਕੇ ਹਰਿਦੁਆਰ ਵਿਖੇ ਹੀ ਕਿੰਨੀਆਂ ਨੇ ਜੰਝੂ ਉਤਾਰ ਦਿੱਤੇ। ਹੋਰ ਤਾਂ ਹੋਰ ਗੁਰੂ ਹਰਕ੍ਰਿਸ਼ਨ ਨੇ ਜਦ ਹੰਕਾਰੀ ਪੰਡਿਤ ਲਾਲ ਚੰਦ ਦਾ ਅਭਿਮਾਨ ਪੰਜੋ ਖਰੇ ਵਿਖੇ ਭਾਈ ਛੱਜੂ ਸਿਰ ਛੜੀ ਰੱਖ ਗੀਤਾ ਦੇ ਅਰਥ ਕਰਾ ਕੇ ਤੋੜਿਆ ਤਾਂ ਸੁਣ ਦਿਜ ਨੇ ਗੁਰਸੂਤ ਉਤਾਰਾ ਦੀ ਗਵਾਹੀ ਹੈ। ਉਸੇ ਜੰਝੂ ਦੀ ਰੱਖਿਆ ਲਈ ਸ਼ਹਾਦਤ ਦੇ ਦੇਣੀ ਉਚੇਚੀ ਸੱਚਾਈ ਦੀ ਨੀਂਹ ਰੱਖਣੀ ਸੀ। ਧਰਮਾਂ ਦੇ ਇਤਿਹਾਸ ਵਿੱਚ ਨਵਾਂ ਵਿਧਾਨ ਲਾਗੂ ਕਰਨਾ ਸੀ। ਸੱਚ ਦੀਆਂ ਕਿਰਨਾਂ ਸੱਚਮੁੱਚ ਉਹਨਾਂ ਦੇ ਪਵਿੱਤਰ ਵਜੂਦ ਸਦਕਾ ਹੀ ਰੌਸ਼ਨ ਹੋਈਆਂ ਹਨ। ਉਹਨਾਂ ਦਾ ਸਾਰਾ ਜੀਵਨ ਹੀ ਦੇਣ ਵੰਡਣ ਅਤੇ ਕੁਰਬਾਨੀ ਦਾ ਸੀ ਅਤੇ ਇਹ ਹੀ ਰਾਹ ਹੈ ਕੌਮ ਨੂੰ ਤਗੜਿਆਂ ਅਤੇ ਨੌ ਨਿੱਧਾਂ ਨਾਲ ਭਰਪੂਰ ਕਰਨ ਦਾ। ਗੁਰੂ ਤੇਗ ਬਹਾਦਰ ਜੀ ਸਦਾ ਕਿਹਾ ਕਰਦੇ ਸਨ ਕਿ ਹਮਰਾ ਬਰਤਨ ਇਹ ਸੁਭਾਓ ਸਹਿਜੇ ਆਓ ਸਹਿਜੇ ਜਾਓ। ਮਾਇਆ ਜੋੜਨ ਲਈ ਨਹੀਂ ਵਰਤਣ ਲਈ ਹੈ। ਜੇ ਪਾਸ ਹੋਵੇ ਤਾਂ ਗਰੀਬਾਂ ਲੋੜਵੰਦਾਂ ਅਤੇ ਨਿਰਧਨਾਂ ਤੇ ਖਰਚ ਕਰਨੀ ਚਾਹੀਦੀ ਹੈ। ਇੱਕ ਵਾਰੀ ਇੱਕ ਗ੍ਰਹਿਸਤੀ ਨੇ ਜਦ ਮਾਇਆ ਭੇਂਟ ਕੀਤੀ ਤਾਂ ਕਹਿਣ ਲੱਗੇ ਕਿ ਇਸ ਦੀ ਤੈਨੂੰ ਬਹੁਤੀ ਲੋੜ ਹੈ ਅਤੇ ਉਸੇ ਨੂੰ ਵਾਪਸ ਦੇ ਦਿੱਤੀ। ਰਾਮਕਲੀਵਾਰ ਪਾਤਸ਼ਾਹੀ 10ਵੀਂ ਕੀ ਕਿਰਤ ਭਾਈ ਗੁਰਦਾਸ ਜੀ ਦੂਜੇ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਰੀਤ ਹੈ ਕਿ ਕੋਈ ਉਹਨਾਂ ਨੂੰ ਪੁਕਾਰੇ ਉਸ ਦਾ ਕਾਰਜ ਸਵਾਰਨ ਲਈ ਉਹ ਟੁਰ ਪੈਂਦੇ ਹਨ। ਉਹਨਾਂ ਦੇ ਹੀ ਰੂਪ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਜਾਂਦੇ ਜਗਤ ਨੂੰ ਰੱਖ ਲਿਆ। ਕਰਾਮਾਤ ਨਾ ਦੱਸੀ ਮੁਗਲਾਂ ਦਾ ਪੜ ਤੋੜਿਆ। ਇਸ ਕੁਰਬਾਨੀ ਦਾ ਸਦਕਾ ਮੁਗਲਾਂ ਨੂੰ ਐਸੀ ਸੱਟ ਵੱਜੀ ਕਿ ਉਹਨਾਂ ਦਾ ਖੁਰਾ ਖੋਜ ਹੀ ਮੁੱਕ ਗਿਆ। ਗੁਰੂ ਤੇਗ ਬਹਾਦਰ ਸਾਂਗ ਰਚਾਏ ਜਹ ਆਪਨ ਸੀਸ ਦੇ ਜਗ ਠਹਿਰਾਈ। ਇਸ ਬਿਦ ਮੁਗਲਨ ਕੋ ਪਰਮਾਇਓ ਤਬ ਸਤਿਗੁਰ ਆਪਣਾ ਬਲ ਨਾ ਜਨਾਇਓ। ਇਹ ਮੁਗਲਨ ਕੋ ਦੋਖ ਲਗਾਨਾ ਹੋਏ ਖਰਾਬ ਖਪ ਗਏ ਨਿਦਾਨਾ। ਸ਼ਖਸੀਅਤ ਗਿਆਨੀ ਗਿਆਨ ਸਿੰਘ ਜੀ ਨੇ ਗੁਰੂ ਜੀ ਦੀ ਸ਼ਬਦੀ ਮੂਰਤ ਖਿੱਚਦੇ ਲਿਖਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤ ਸੁੰਦਰ ਗੌਰ ਵਰਨ ਮੋਟੇ ਨਕਸ਼ ਆਹੂ ਨੇਤਰ ਰਤਨ ਸੇ ਚੌੜੀ ਛਾਤੀ ਉੱਚੇ ਕੰਧੇ ਭੂੰਜਾ ਪਰ ਲੰਬ ਸਿੱਧੀ ਚੁਗਿਰਦ ਦਾਹੜੀ ਗੋਲ ਚਿਹਰਾ ਮੱਥਾ ਉੱਚਾ ਬਹੁਤ ਧੀਰਜੀ ਸੰਤੋਖੀ ਜਤੀ ਸਤੀ ਦੂਰ ਅੰਦੇਸ਼ੀ ਸੱਚੇ ਧਰਮ ਵਿਰਾਗ ਦੀ ਮੂਰਤ ਬ੍ਰਹਮ ਗਿਆਨ ਦੀ ਸੂਰਤ ਸਿੱਧੇ ਸਾਦੇ ਸੁਭਾਅ ਭੋਲੇ ਭਾਲੇ ਸਤਪੁਰਖ। ਉਹਨਾਂ ਦੇ ਚਿਹਰੇ ਦੀ ਕਿਤਨੀ ਪ੍ਰਭਾ ਹੋਵੇਗੀ ਉਸ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਜਦ ਬੁਲਾਕੀ ਦਾਸ ਦੀ ਮਾਂ
एक बहुत वड्डा कलाकार गुरु तेग बहादुर जी की तस्वीर बनाउण लई लियाई तां बाकी दे अंग बस्तर तां उस बना लए, पर मुख कमल प्रभा देख ना सकी। उस दी दीन दशा देख के महाराज ने आप कलम हथ लीनी अते निज हाथ सवार संपूर्ण कीनी। धीर जी इतने की गोली मत्थे ते लगणों उपरंत भी भले धीर मल भले ही कहते रहे। नरलेप इतने की हरमंदर साहिब के दरवाजे बंद होण ते बाहरों ही सरोवर विच इशनान करके चले गए। गुरु तेग बहादुर जी के शांत चित्त सुभाਅ बारे ਸਿੰਘ सागर विच लिखिया है कि सदा दीन की रक्षा करन दे तत्पर रहिंदे सन। गरीब उन्हां दे दर्शन कर सुख आउंदा देखदे सन। शांत सुभाਅ इतना कि कदे कौड़ा तत्ता मुखों भी ना कढ़िया। नाम विच ही टिके रहिंदे अते राज विच जोग दा नमूना सन। आद सदा बरते जिनके पिख दीनन मैं करनी सुख छाया। सीत सुभाअ सदा जिनको कबहू नह तामस वाक अलाया। नाम आधार रहे दिन रैन सदा जिन राज मो जोग कमाया। दर्दवंद इतने की 4 साल ਦੇ ਸਨ ਕਿ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੀ ਬਰਾਤ ਜਾਂਦਿਆਂ ਜਦ ਇੱਕ ਹਾਣ ਦੇ ਬੱਚੇ ਨੂੰ ਨੰਗਾ ਦੇਖਿਆ ਤਾਂ ਸਭ ਵਸਤਰ ਉਤਾਰ ਕੈਂਠਾ ਉਸ ਦੇ ਗਲੇ ਪਾ ਦੌੜਦੇ ਨੰਗੇ ਮਾਂ ਕੋਲ ਆ ਗਏ। ਜੇ 4 ਸਾਲ ਦੇ ਸਨ ਤਾਂ ਇੱਕ ਦਾ ਨੰਗੇਜ ਨਾ ਦੇਖ ਸਕੇ ਅਤੇ ਜਦ ਹਿੰਦੁਸਤਾਨ ਨੂੰ ਨੰਗਿਆ ਕੀਤਾ ਜਾਣ ਲੱਗਾ ਤਾਂ ਆਪ ਜੀ ਨੇ ਸਰੀਰ ਰੂਪੀ ਚਾਦਰ ਪਾ ਕੇ ਇਸ ਨੂੰ ਨੰਗੇ ਹੋਣ ਤੋਂ ਬਚਾ ਲਿਆ। ਸੈਨਾਪਤੀ ਨੇ ਇਸੇ ਪ੍ਰਸੰਗ ਵਿੱਚ ਲਿਖਿਆ ਸੀ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਢਾਪੀ ਚਾਦਰ। ਦਰਦਵੰਦ ਦੀ ਹੋਰ ਉਦਾਹਰਣ ਉਹਨਾਂ ਦਾ ਇਹ ਹੁਕਮਨਾਮਾ ਹੈ ਜੋ ਉਹਨਾਂ ਘੋੜੇ ਸ਼੍ਰੀ ਧਰ ਦੇ ਢਿੱਲੇ ਹੋ ਜਾਣ ਤੇ ਬਨਾਰਸ ਦੀ ਸੰਗਤ ਦੇ ਨਾਂ ਲਿਖਿਆ। ਘੋੜੇ ਤੱਕ ਦੀ ਤਕਲੀਫ ਵੀ ਨਾ ਸਹਾਰੀ ਗਈ। ਦੂਰ ਅੰਦੇਸ਼ੀਤ ਨੇ ਕਿ ਅਨੰਦਪੁਰ ਸਾਹਿਬ ਦੀ ਉਸਾਰੀ ਵੇਲੇ ਹੀ ਕਹਿ ਦਿੱਤਾ ਸੀ ਕਿ ਐਸਾ ਸਥਾਨ ਬਣਾਉਣਾ ਹੈ ਜੋ ਅਜਿੱਤ ਹੋਵੇ। ਅਨੰਦਪੁਰ ਦਾ ਸਮੁੱਚਾ ਨਕਸ਼ਾ ਆਪ ਜੀ ਨੇ ਬਣਾਇਆ ਸੀ। ਹਿੰਦੁਸਤਾਨ ਦੇ ਦੌਰੇ ਤੇ ਹੀ ਆਪ ਨੇ ਦੇਖ ਲਿਆ ਸੀ ਕਿ ਬਿਨ ਸਿਰ ਦੀਏ ਜਗਤ ਦੁੱਖ ਪਾਈ। ਸੰਤੋਖੀ ਇਤਨੇ ਕੀ ਜਦ ਮੱਖਣ ਸ਼ਾਹ ਧੀਰ ਮੱਲ ਘਰੋਂ ਗੁਰੂ ਘਰ ਦਾ ਹੀ ਲੁੱਟਿਆ ਮਾਲ ਵਾਪਸ ਲਿਆਏ ਤਾਂ ਆਪ ਜੀ ਨੇ ਸਭ ਦੇਵੋ ਤਿਸ ਢਿੱਗ ਪਹੁੰਚਾਏ ਦਾ ਹੁਕਮ ਦੇ ਦਿੱਤਾ। ਜਦ ਜਰਾ ਜੱਕੋ ਤੱਕੋ ਕਰਦੇ ਦੇਖਿਆ ਤਾਂ ਫਿਰ ਵਚਨ ਕੀਤਾ, ਦਰਬ ਕੇ ਕਾਰ ਨੇ ਕੁਛ ਗੁਰੂ ਮਹਾਰਾਜ ਨੇ ਨਹੀਂ ਬੈਠ ਇਹ ਦੁਕਾਨ ਪਾਈ। ਮਸੰਦਾਂ ਪ੍ਰਤੀ ਵੀ ਇਹ ਹੀ ਫਰਮਾਇਆ ਸੀ ਕਿ ਇਹਨਾਂ ਨੂੰ ਸਜ਼ਾ ਦੇਣ ਦੀ ਕੀ ਲੋੜ ਹੈ, ਇਹਨਾਂ ਨੂੰ ਤਾਂ ਪਹਿਲਾਂ ਹੀ ਲੋਭ ਨੇ ਮਾਰਿਆ ਹੋਇਆ ਹੈ। ਧਰੇ ਲੋਭ ਇਹ ਮਰੇ ਅਗਾਰੀ। ਬਖਤ ਮੱਲ ਨੇ ਖਾਲਸਨਾਮਾ ਵਿੱਚ ਲਿਖਿਆ ਹੈ ਕਿ ਉਹ ਬਹੁਤ ਸੰਤੋਖੀ ਸਨ। ਜੋ ਵੀ ਸਿੱਖ ਸੇਵਕ ਉਹਨਾਂ ਨੂੰ ਭੇਟ ਕਰਦੇ ਉਹ ਉਸੇ ਵੇਲੇ ਵੰਡ ਦਿੰਦੇ, ਆਪਣੇ ਪਾਸ ਰਤਾ ਵੀ ਨਾ ਰੱਖਦੇ। ਗੁਲਖਸ਼ਤ ਪੰਜਾਬ ਦੇ ਲਿਖਾਰੀ ਰਾਜਾ ਰਾਮ ਤੋਤਾ ਨੇ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਉਪਮਾ ਕਰਦੇ ਲਿਖਿਆ ਹੈ ਕਿ ਉਹ ਰੱਬ ਪ੍ਰਾਪਤੀ ਦੇ ਰਾਹ ਤਰੀਕਤ ਦੇ ਅੰਧੇਰੇ ਵਿੱਚ ਰੌਸ਼ਨੀ ਬਖੇਰਨ ਵਾਲੇ ਮਿਸਾਲ ਜੀ ਹਨ। ਰੱਬ ਦੀ ਜਰਨੈਲੀ ਸੜਕ ਦੇ ਮੁਸਾਫਿਰ ਹਨ, ਹੋਰ ਕਿਸੇ ਪਾਸੇ ਝਾਕਦੇ ਹੀ ਨਹੀਂ। ਗੁਪਤ ਤੇ ਪ੍ਰਗਟ ਤੋਸ਼ਾਖਾਨਿਆਂ ਦੇ ਕੁੰਜੀ ਬਰਦਾਰ ਹਨ। ਆਤਮਿਕ ਉਚਾਈਆਂ ਨੂੰ ਉਹਨਾਂ ਹੀ ਛੋਹਿਆ ਹੈ ਅਤੇ ਜਿਨ੍ਹਾਂ ਹੋਰਨਾਂ ਨੇ ਛੋਹਿਆ ਉਹ ਹੀ ਜਾਣਦੇ ਹਨ। ਗ੍ਰਹਿਆਂ ਦੀ ਚਾਲ ਦੇ ਜਾਣੂ ਹਨ, ਉਹਨਾਂ ਤੇ ਕੋਈ ਗ੍ਰਹਿ ਪ੍ਰਭਾਵ ਨਹੀਂ ਪਾ ਸਕਦਾ। ਸਭ ਤੋਂ ਵੱਡੀ ਗੱਲ ਗੁਰੂ ਤੇਗ ਬਹਾਦਰ ਹੰਕਾਰ ਦੀਆਂ ਜੜ੍ਹਾਂ ਨੂੰ ਜੁਗ ਜੁਗ ਕੱਟਣ ਵਾਲੀ ਰੇਤੀ ਹੈ। ਇੱਥੋਂ ਤੱਕ ਕਿ ਔਰੰਗਜ਼ੇਬ ਨੇ ਵੀ ਆਪ ਜੀ ਨੂੰ ਸੰਬੋਧਨ ਕਰਦੇ ਹੋਏ ਅੱਲਾ ਦੇ ਫਕੀਰ ਦੇ ਸਰਬਰਾਹ, ਰੱਬ ਦੇ ਵਲੀਆਂ ਦੇ ਸਰਤਾਜ, ਰੱਬ ਦੇ ਢੰਡਾਊਆਂ ਦੇ ਆਗੂ ਅਤੇ ਅੱਲਾ ਦੇ ਜਾਣਨ ਵਾਲਿਆਂ ਦੇ ਮੁਖੀ ਕਿਹਾ ਸੀ। ਆਪ ਜੀ ਜਿੱਥੇ ਮਹਾਨ ਗੁਰੂ ਸਨ ਉੱਥੇ ਇੱਕ ਆਗਿਆਕਾਰ ਪੁੱਤਰ ਵੀ ਸਨ। ਗੁਰੂ ਹਰਗੋਬਿੰਦ ਜੀ ਦੀ ਆਗਿਆ ਵਿੱਚ ਸਦਾ ਰਹਿੰਦੇ, ਹਮੇਸ਼ਾ ਦਰਬਾਰ ਵਿੱਚ ਵੀ ਉੱਥੇ ਹੀ ਬੈਠਦੇ ਜਿੱਥੇ ਪਿਤਾ ਦੀ ਨਜ਼ਰ ਸਾਹਮਣੇ ਰਹੇ ਤਾਂ ਕਿ ਉਹਨਾਂ ਦਾ ਇਸ਼ਾਰਾ ਹੁੰਦੇ ਸਾਰ ਹੁਕਮ ਬਜਾ ਲਿਆਇਆ ਜਾਵੇ। ਜੇ ਪਿਤਾ ਜੀ ਨੇ ਤਲਵਾਰ ਉਠਾ ਆਗਿਆ ਜੰਗ ਜੂਝਣ ਲਈ ਕੀਤੀ ਤਾਂ ਐਸੀ ਤਲਵਾਰ ਚਲਾਈ ਕਿ ਤੇਗ ਦਾ ਬਹਾਦਰ ਹੋਣਾ ਸਿੱਧ ਕਰ ਦਿੱਤਾ। ਜੇ ਉਹਨਾਂ ਹੁਕਮ ਕੀਤਾ ਕਿ ਬਾਬਾ ਬਕਾਲਾ ਚਲੇ ਜਾਓ ਤਾਂ ਕੋਈ ਕਿੰਤੂ ਨਹੀਂ, ਕੋਈ ਗਿਲਾ ਨਹੀਂ। ਗੁਰੂ ਹਰ ਰਾਏ ਜੀ ਨੂੰ ਮੱਥਾ ਟੇਕ ਕੇ ਬਾਬਾ ਬਕਾਲਾ ਚਲੇ ਗਏ। ਕਿਸੇ ਵੇਲੇ ਵੀ ਕੋਈ ਪੁੱਤਰਾਂ ਵਾਲਾ ਦਾਵਾ ਨਾ ਕੀਤਾ। ਸੁਹਿਰਦਪਤੀ ਆਪ ਜੀ ਨੇ ਇੱਕ ਵਾਰੀ ਫਰਮਾਇਆ ਸੀ ਕਿ ਸਭ ਆਸ਼ਰਮ ਤੇ ਗ੍ਰਹਿਸਤ ਉਦਾਰਾ, ਜੋ ਗ੍ਰਹਿਸਤ ਤੇ ਉਤਰੇ ਪੂਰਾ, ਅੰਤਕਾਲ ਪ੍ਰਾਪਤ ਪਦਰੂਰਾ। ਆਪ ਜੀ ਗੁਜਰੀ ਜੀ ਦਾ ਸਦਾ ਧਿਆਨ ਰੱਖਦੇ, ਉਹਨਾਂ ਦੇ ਸੁੱਖ ਸੰਭਾਲ ਲਈ ਕਦੀ ਢਿੱਲ ਨਾ ਕਰਦੇ। ਰਾਹ ਮੁਕਾਮ ਤੇ ਢਾਕਾ ਤੋਂ ਲਿਖੇ ਹੁਕਮਨਾਮੇ ਇਸ ਗੱਲ ਦੀ ਗਵਾਹੀ ਭਰਦੇ ਹਨ। ਇੱਕ ਹੁਕਮਨਾਮੇ ਵਿੱਚ ਉਹਨਾਂ ਪਟਨਾ ਦੀ ਸੰਗਤ ਨੂੰ ਲਿਖਿਆ ਸੀ, ਕੋਈ ਅਵਲ ਹਵੇਲੀ ਹੋਵੇ ਬੜੀ ਹੋਵੇ ਤਿਸ ਮੋ ਕਬੀਲੇ ਹਮਾਰੇ ਰੱਖਣੇ।
पेड़ी बाई का नां उचेचा लिखिया सी तां कि ਉਹ पास रहे। आप जी ने जिवें बेटे गुरु गोबिंद सिंह के जन्म तो लैके धर्म कर्म आउण तक देख रेख कीती, ਉਹ सब मापियां लई एक चुनौती है। ਪਹਿਲਾਂ गुरु बेटे के जन्म वेले ਵਧਾਈ ਲੈਣੀ ਅਤੇ खुशी करनी, फिर उन्हां दा ख्याल रखण लई ਅਤੇ खास कर जद गुरु गोबिंद सिंह रिड़न लगे तां खुले वेड़े विच खूह होना सुन के इत्थों तक लिखिया कि खूह बंद करवाए देना, किधरे बच्चा बीच ना जाए पवे। फिर दूजे पासे पटना वालियां गुरु गोबिंद सिंह जी दे चोज देख जरा कोई चिंता प्रगट की तां आप जी ने लिखिया, जो गुरु गोबिंद किया भला किया। बालक की पढ़ाई सिखलाई ਅਤੇ होर विद्या लई दूरों दूरों विद्वान बुला के भांत भांत की सिक्ख्या दित्ती। बचित्र नाटक विच लिखे कलगीधर दे अपने शब्द प्रगट करते हैं कि ਉਹ कैसे प्यारे ਅਤੇ महान पिता सन। मदर देश हमको ले आए, भांत भांत दयान दुलराए, कीनी अनिन भांत तन रच्छा, दीनी भांत भांत की शिक्षा। आप जी ऐसे मित्र सन जिन्हां मित्र बनाउण ते रखण दी जांच सिखाई। मित्र बनाउण ते रखण दा एक ही वल उन्हां दस्सिया, बाहें जिन्हां दी पकड़ीए सिर दीजे बाहें न छोड़ीए। सैफ खान उन्हां दा मित्र सी ਅਤੇ जिथे भी गए मित्र दी याद नाल रखी। जिथे भी चंगी सोहणी जां दिल लुभाउंदी वस्तु देखी, मित्र लई खरीद उसनूं पहुंचाई। सैफ खान ने मित्राना तोड़ निभाया। औरंगजेबी अताब तो ना डरदियां भी 4 महीने अपने पास रखिया। फिर सैफ खान ने मित्र दी शहादत पिछों 40 दिन मातमी लिबास पाई रखिया। रता टाकरा करो सच्चे पातशाह दा झूठे दुनियावी बादशाह औरंगजेब नाल, जो अपने पिता शाह जहान नूं कैद कर तसीहे दे मारदा है, जो अपने भरावां दारा सुजाह अते मुराद नूं मार मुकाउंदा है, जो अपनी सकी भैण रोशनारा नूं भी हल्का हल्का जहर दे के पार पहुँचाउंदा है, जो अपनी बेटी जेब उन निसा नूं जहर दे के मारदा है, जो सदा साथ निभाउण वाले मिर्जा जै सिंह तक नूं जहर दी पुड़ी भेजदा है। भावें भाई दयाला जी उन्हां दे अनिन्न सिख सन, पर एक प्रकार दे ਉਹ साथी मित्र सन। इतना विश्वास भाई दयाला जी ਅਤੇ गुरु जी करते सन कि हुक्मनामिਆਂ ਵਿੱਚ लिखिया कि भाई दयाला जी का किहा गुरु का बचन जानना, उन्हां नूं दित्ती कार भेट गुरु तक पुजी जाणो। उन्हां नूं भाई करके लिखते सन। एक सिख भाई बठे नूं अपना बेटा तक किहा है। हुक्मनामे ਵਿੱਚ बनारस की संगत दे नाल लिखिया, जो सिख भाई बठे नाल दर्शन आवग सो निहाल होग, गुरु उस दा सब काम रास करेगा। कितना प्यार सिखां नाल करदे होणगे उस दी उदाहरण एक होर हुक्मनामा है, जिस विच उन्हां लिखिया, हम तुम्हारा बैठे राह देखदे हां, बहुत शताब आवना, गुरु संगत की बहौड़ी करेगा। सिखां नाल भी इतना प्यार करदे सन कि हर उगे सिख नूं हुक्मनामे विच याद करदे सन। कितने ही सिखां दे नां उन्हां अपने हत्थी हुक्मनामिਆਂ विच लिखे। सिखां भी उन्हां नाल प्यार दी हद कर दित्ती। भाई मती दास जी, भाई दयाला जी, भाई सती दास जी का उन्हां तो पहलां शहीद होना एक प्रकार का सिखां दा गुरु तो सदके होना ही है। पिछों भाई जैता जी ने जान ते खेड़ के भाई नानू जी, भाई लखी शाह जी, भाई नगाईया जी ਅਤੇ होर अनेकां ने सिखी प्यार दृढ़ाया। उस ना मालूम सिख ने तां हद ही कर दित्ती, जिस 2 ਇੱਟਾਂ औरंगजेब नूं कढ मारियां। आप जी उसे चिराग की रोशनी सन जिसनूं गुरु नानक जी अपनी जोत बख्श गए सन। सिंह सागर ने लिखिया है कि 6 लछणां तो गुरु पहचानिया जाता है ਅਤੇ 6 ही गुरु तेग बहादुर विच सन। ज्ञान का भंडार सन, मत उच्च कोटि दी सी, ईश्वर का हथ सदा सिर ते, मुक्त विराग की मूर्त सन। सब ही उन्हां दे उपासक सन ਅਤੇ घट घट की जाननहार सन, पूर्ण ब्रह्म सन। आप जी गुरु नानक देव जी तो पिछों पहले गुरु सन जो थां थां ते पुजे ਅਤੇ सिक्खी दे बूटे नूं सिंचिया। एक अंदाशे मुताबक आप जी ने 3 दौरिਆਂ ਵਿੱਚ तकरीबन 5000 मील सफ़र किया। आप जी ਦੇ ਹੁਕਮਨਾਮਿਆਂ जिन्हां ਦੀ गिनती 30 ਦੇ करीब है तो पता लगता है कि आप जी कम गौसन थोड़ी ਜਿਹੀ गल ਵਿੱਚ ही भाव समझा ਦਿੰਦੇ सन। हत्थ ਦੀ लिखत ਉਹਨਾਂ ਦੀ ਪਕਿਆਈ ਦਰਸਾਉਂਦੀ है, कोई अखर टुटिया ਜਾਂ ਮਿੱਧਿਆ नहीं सी हुंदा। रवानगी बहुत सी, स्पष्टता उन्हां दे सुभाਅ ਦਾ अंग लगता है। सदा संगत ਦਾ भला मंगदे, रोजगार ਵਿੱਚ बरकत ਦੀ असीस ਦਿੰਦੇ। हमेशा हुक्मनामे ਦੇ ਉੱਤੇ गुरु सतगुर लिखते। सेवादार ਦੀਆਂ पर्चियां ਵਿੱਚ लिखिया है कि गोबिंद के रस बिना इनको औरे रस स्वाद को न देवे, जगत की किसी पदार्थ दा
ਭਗਤੀ ਦੀ ਆਖਰੀ ਚੋਟੀ ਵੀ ਛੂਹ ਕੇ ਦੱਸੀ। ਉਹਨਾਂ ਦਾ ਸਾਰਾ ਜੀਵਨ ਹੀ ਅਸ਼ੋਕ ਸਿਖਰਾਂ ਦੀ ਸਾਖੀ ਹੈ। ਭਗਤ ਨਵੇਂ ਪ੍ਰਕਾਰ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਰਾਗ ਵਿੱਚ ਦਰਸਾਈ ਹੈ। ਸਰਵਣੀ ਸੁਣਨਾ ਹਰ ਕੀਰਤਨ ਸਾਧ ਸੰਗਤ, ਸਿਮਰਿਓ ਸਿਮਰ ਪਾਵ ਮਲੋਵਾ, ਹਰ ਕੀ ਪੂਜਾ ਬੰਦਗੀ ਬਾਰ ਬਾਰ, ਦਾਸ ਨਿਦਾਸਾ ਅਤੇ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ 8 ਪ੍ਰਕਾਰ ਦੀ ਹੈ। ਸਰਵਣ ਕੀਰਤਨ ਸਿਮਰਨ ਪੱਗ ਸੇਵਨ ਅਰਚਨਾ ਬੰਦਨਾ ਦਾਸ ਭਾਵ ਅਤੇ ਮੈਤਰੀ ਭਾਵ। ਪਰ ਸਭ ਤੋਂ ਉੱਤੇ ਹੈ ਸਰਬੰਸ ਕੀਜੇ ਆਪਣਾ ਵਾਰੇ, ਆਤਮ ਨਿਵੇਦਨ। ਇਹ ਪਹਿਲੇ 8 ਪ੍ਰਕਾਰਾਂ ਦੀ ਭਗਤੀ ਸਿੱਖ ਘਰ ਵਿੱਚ ਆਪਾ ਤਿਆਗ, ਆਤਮ ਨਿਵੇਦਨ ਅਤੇ ਕੁਰਬਾਨ ਹੋਣ ਦੀ ਤਿਆਰੀ ਹੈ। ਗੁਰੂ ਤੇਗ ਬਹਾਦਰ ਜੀ ਨੇ ਸਰਬੰਸ ਦੀਜੇ ਆਪਣਾ ਵਾਰੇ ਦਾ ਪ੍ਰਤੱਖ ਰੂਪ ਦੇ ਕੇ ਭਗਤੀ ਦੇ ਸਿਖਰ ਨੂੰ ਛੂਹਿਆ। ਬਾਬਾ ਬਕਾਲਾ ਵਿੱਚ ਕੀਤੀ ਬਹੁ ਪ੍ਰਕਾਰ ਦੀ ਭਗਤੀ ਨੂੰ ਸੀਸ ਦੇ ਕੇ ਪ੍ਰਵਾਨ ਚੜਾਇਆ। ਫਿਰ ਸੱਚਮੁੱਚ ਹੀ ਸਰਬੰਸ ਵਾਰਿਆ। ਆਪ ਸ਼ਹੀਦ, ਪਤਨੀ ਮਾਤਾ ਗੁਜਰੀ ਸ਼ਹੀਦ, ਪੋਤਰੇ 4 ਸਾਹਿਬਜ਼ਾਦੇ ਸ਼ਹੀਦ, ਭੈਣ ਦੇ 5 ਭਰਾ ਸ਼ਹੀਦ ਅਤੇ ਹੋਰ ਅਨੇਕਾਂ ਨਿਕਟਵਰਤੀ ਸ਼ਹੀਦੀਆਂ ਪਾਉਂਦੇ ਰਹੇ। ਮੈਥਿਲੀ ਸ਼ਰਨ ਗੁਪਤ ਨੇ ਗੁਰੂ ਤੇਗ ਬਹਾਦਰ ਨਾਂ ਦੀ ਕਵਿਤਾ ਹੇਠਾਂ ਖੂਬ ਲਿਖਿਆ ਹੈ। ਤੇਗ ਬਹਾਦਰ ਹਾਂ ਵੇ ਹੀ ਥੇ ਪੰਚਾਮਰਤ ਸਰ ਕੇ ਅਰਵਿੰਦ, ਤੇਗ ਬਹਾਦਰ ਹਾਂ ਵੇ ਹੀ ਥੇ जिन में जन्मे गुरु गोविंद, तेग बहादुर हाँ वे ही थे। भारत की माई के लाल, तेग बहादुर हाँ वे ही थे। जिनका कछु कर सका ना काल। गुरु गोबिंद सिंह जी के शब्दों नाल ही इस पुस्तक की समाप्ति करते हुए लिखना है कि गुरु तेग बहादुर जी ने हद कर दी अते इस हद नूं कोई कदे छू भी नहीं सकेगा। इत जिन करी सो इस दे नाल ही इत जिन करी जीवनी श्री गुरु तेग बहादुर जी। किताब इत्थे ही समाप्त हुंदी है। लेखक सतबीर सिंह। वाहिगुरू जी का खालसा, वाहिगुरू जी की फतेह।